स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਕਦੇ ਕਿਹਾ ਜਾਂਦਾ ਸੀ ਕਿ ਪੰਜਾਬ ਪੂਰੇ ਮੁਲਕ ਦਾ ਢਿੱਡ ਭਰਦਾ ਹੈ ਤੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ। ਪੰਜਾਬ ਦੇ ਵਿੱਚ ਬਹੁਤੇ ਲੋਕ ਅਜਿਹੇ ਨੇ ਜਿਹੜੇ ਭੁੱਖੇ ਢਿੱਡ ਸੌਂਦੇ ਨੇ। ਇਹ ਅਸੀਂ ਨਹੀਂ ਕਹਿ ਰਹੇ, ਇਹ ਨੀਤੀ ਆਯੋਗ ਦੀ ਰਿਪੋਰਟ ਕਹਿ ਰਹੀ ਹੈ। ਨੀਤੀ ਆਯੋਗ ਦੀ ਰਿਪੋਰਟ ਨੇ ਜੋ ਖੁਲਾਸੇ ਕੀਤੇ ਨੇ ਉਹ ਡਰਾਣ ਹੈਰਾਨ ਕਰਨ ਵਾਲੇ ਨੇ ਕਿ ਪੰਜਾਬ ਦੇ ਵਿੱਚ ਭੁੱਖਮਰੀ ਤੇ ਗਰੀਬੀ ਪਹਿਲਾਂ ਨਾਲੋਂ ਵਧੀ ਹੈ। ਇਹ ਡਾਟਾ ਜਿਹੜਾ ਇਹ ਜਾਰੀ ਕੀਤਾ ਗਿਆ ਹੈ, ਇਸ ਡਾਟੇ ਦੇ ਪੈਮਾਨੇ ਬੜੇ ਨੇ, ਕਿਹੜੇ ਪੈਮਾਨੇ ਨੇ ਉਹਨਾਂ ਬਾਰੇ ਵੀ ਚਰਚਾ ਕਰਾਂਗੇ। ਔਰ ਕਿੰਨੀ ਕੁ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਅਸੀਂ ਵਾਰ-ਵਾਰ ਇਹ ਕਹਿੰਦੇ ਹਾਂ ਕਿ ਪੰਜਾਬ ਸਾਰੇ ਮੁਲਕ ਦਾ ਢਿੱਡ ਭਰਦਾ ਹੈ, ਸਾਰਿਆਂ ਨੂੰ ਅੰਨ ਮੁਹੱਈਆ ਕਰਾਉਂਦਾ ਹੈ, ਪੰਜਾਬ ਦੇ ਵਿੱਚ ਗਰੀਬੀ ਨਹੀਂ ਹੈ, ਪੰਜਾਬ ਦੇ ਵਿੱਚ ਕੋਈ ਭੁੱਖਾ ਨਹੀਂ ਸੌਂਦਾ। ਜਿੱਥੇ ਅਸੀਂ ਵਾਰ-ਵਾਰ ਦਾਅਵੇ ਕਰਦੇ ਹਾਂ ਕਿ 24 ਘੰਟੇ ਲੰਗਰ ਖੁੱਲੇ ਹੋਏ ਨੇ, ਉਸ ਦੇ ਬਾਵਜੂਦ ਜਦੋਂ ਇਹ ਡੇਟਾ ਸਾਹਮਣੇ ਆਉਂਦਾ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਭੁੱਖਮਰੀ ਵੀ ਪਹਿਲਾਂ ਨਾਲੋਂ ਵੱਧ ਗਈ ਹੈ ਤੇ ਗਰੀਬੀ ਵੀ ਪਹਿਲਾਂ ਨਾਲੋਂ ਵੱਧ ਗਈ ਹੈ, ਤਾਂ ਹੈਰਾਨਗੀ ਜ਼ਰੂਰ ਹੁੰਦੀ ਹੈ ਕਿ ਅਸੀਂ ਕਿੱਧਰ ਵੱਲ ਨੂੰ ਜਾ ਰਹੇ ਹਾਂ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾਣੇ ਮਹਿਮਾਨਾਂ ਨਾਲ, ਫਿਰ ਅੱਗੇ ਵਧਾਂਗੇ। ਸਾਡੇ ਨਾਲ ਮੌਜੂਦ ਨੇ ਡਾਕਟਰ ਦਲਜੀਤ ਸਿੰਘ ਚੀਮਾ, ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ, ਸੁਖਦੇਵ ਸਿੰਘ ਜੀ ਬੁਲਾਰਾ ਨੇ ਪੰਜਾਬ ਕਾਂਗਰਸ ਦੇ, ਸਤਬੀਰ ਵਾਲੀਆ ਸਾਹਿਬ ਬੁਲਾਰਾ ਨੇ ਆਮ ਆਦਮੀ ਪਾਰਟੀ ਦੇ, ਡਾਕਟਰ ਪਿਆਰ ਲਾਲ ਗਰਗ ਸਾਹਿਬ ਸਿਆਸੀ ਮਾਹਰ ਨੇ, ਮੋਹਿੰਦਰ ਅਗਰਵਾਲ ਅਰਥ ਸ਼ਾਸਤਰੀ ਲੁਧਿਆਣਾ ਤੋਂ ਸਾਡੇ ਨਾਲ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਅੱਗੇ ਵਧਣ ਤੋਂ ਪਹਿਲਾਂ जरा देख लीए किहड़े पैमाने ने जिस ते रिपोर्ट तैयार की गई है और नीति आयोग ने जिहड़ी रिपोर्ट जारी की है, इस दे विच कित्थे पंजाब पछड़िया। हालांकि ये कहा गया कि कुछ थावां ते पंजाब ने चंगी कारगुजारी भी की है, पर फिक्र वाली गल ये है कि भुखमरी ते गरीबी जेकर वधी है तो बाकी सारे ही चीज़ां अफैक्ट करदियां ने, प्रभावित करदियां ने। सब तो पहले तुहानूं एक रिपोर्ट दिखाने आ। उस रिपोर्ट दे विच जिहड़े आंकड़े ने वो थोड़े जिहे हैरान करन वाले ने कि गरीबी है जिहड़ी वो भी वधी है, भुखमरी है जिहड़ी वो भी वधी है। रिपोर्ट दे विच दावा किया गया कि 16 पैमाने ने जिन्हां दे उत्ते रिपोर्ट तैयार की गई है। पंजाब दी माड़ी हालत हैगी है खास तौर ते गरीबी रेखा दे विच ते भुखमरी दे विच। रिपोर्ट के मुताबिक जिथे साल 2018 दे विच पंजाब 10वीं थां ते सी, उत्थे 2019 दे विच पंजाब हुण 12वें नंबर ते पहुंच गया। ਇਹ ਪਹਿਲਾਂ 2018 ਦੇ ਸੀਗੇ। ਗਰੀਬੀ ਰੇਖਾ ਤੋਂ ਹੇਠਾਂ ਮੰਨੀ ਜਾਂਦੀ ਆਬਾਦੀ ਦੇ ਮਾਮਲੇ 'ਚ ਪੰਜਾਬ ਨੂੰ ਸਾਲ 2018 ਦੇ ਵਿੱਚ 56 ਨੰਬਰ ਮਿਲੇ ਸਨ, ਜਦਕਿ 2019 ਦੇ ਵਿੱਚ ਇਹ ਨੰਬਰ ਘਟ ਕੇ 48 ਰਹਿ ਗਏ ਨੇ, 56 ਤੋਂ 48। ਸਿਰਫ ਭੁੱਖਮਰੀ ਦੇ ਮਾਮਲੇ ਦੇ ਵਿੱਚ ਵੀ ਪੰਜਾਬ ਨੂੰ ਸਾਲ 2018 ਦੇ ਵਿੱਚ 71 ਨੰਬਰ ਮਿਲੇ ਸੀ, ਜੋ ਕਿ 2019 ਦੇ ਵਿੱਚ ਘਟ ਕੇ 61 ਰਹਿ ਗਏ ਨੇ। 10 ਨੰਬਰਾਂ ਦਾ ਘਾਟਾ ਇੱਥੇ ਵੀ ਦਰਜ ਕੀਤਾ ਗਿਆ। ਰਿਪੋਰਟ ਦੇ ਵਿੱਚ ਪਹਿਲੀ ਪੋਜੀਸ਼ਨ ਹਾਸਲ ਹੋਈ ਹੈ ਕੇਰਲ ਨੂੰ। ਇਸ ਰਿਪੋਰਟ ਦੇ ਵਿੱਚ ਕੇਰਲ ਨੂੰ ਹਾਸਲ ਹੋਈ ਹੈ ਪਹਿਲੀ, ਔਰ ਜਦਕਿ ਦੂਜੀ ਪੰਜਾਬ ਦਾ ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼, ਉਸ ਨੂੰ ਸੂਚੀ ਦੇ ਵਿੱਚ ਦੂਜਾ ਨੰਬਰ ਹਾਸਲ ਹੋਇਆ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪਹਿਲੇ ਸਥਾਨ ਤੇ ਆਈ ਹੈ। ਇਹਨਾਂ ਦਾ ਵੱਖਰਾ ਡੇਟਾ ਹੁੰਦਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ, ਉਹਨਾਂ ਦੇ ਵਿੱਚੋਂ ਚੰਡੀਗੜ੍ਹ ਪਹਿਲੇ ਥਾਂ ਤੇ ਆਈ ਹੈ। ਸੋ ਇੰਡੈਕਸ ਜਿਹੜਾ ਹੈਗਾ ਖੇਤੀਬਾੜੀ, ਸਿਹਤ, ਸਿੱਖਿਆ ਅਤੇ ਹੋਰ ਵੱਖੋ-ਵੱਖ ਅਹਿਮ ਖੇਤਰਾਂ ਦੇ ਵਿੱਚ ਕਾਰਗੁਜ਼ਾਰੀ ਨੂੰ ਮਿਣਿਆ ਜਾਂਦਾ। ਉਸ ਤੋਂ ਬਾਅਦ ਇਹ ਡੇਟਾ ਤਿਆਰ ਕੀਤਾ ਜਾਂਦਾ। ਸਭ ਤੋਂ ਪਹਿਲਾਂ ਮੈਂ ਸੁਖਦੇਵ ਸਿੰਘ ਜੀ ਤੁਹਾਡੇ ਤੋਂ ਹੀ ਲਵਾਂਗਾ ਇੱਕ ਜਵਾਬ। ਇਹ ਜਿਹੜਾ ਡੇਟਾ ਹੁਣ ਜਾਰੀ ਹੋਇਆ, ਸਭ ਤੋਂ ਫਿਕਰਮੰਦ ਗੱਲ ਇਹ ਜਿਹੜੀ ਨਜ਼ਰ ਆ ਰਹੀ ਹੈ ਉਹ ਇਹ ਹੈ ਕਿ ਪੰਜਾਬ ਦਾ ਇੱਕ ਕਦੇ ਮੌਕਾ ਸੀਗਾ ਜਦੋਂ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਸਾਰੇ ਮੁਲਕ ਦਾ ਢਿੱਡ ਭਰਦਾ। ਅੱਜ ਵੀ ਅਸੀਂ ਜਦੋਂ ਡਿਬੇਟ ਕਹਿੰਦੇ ਹਾਂ, ਅਸੀਂ ਹਰ ਵਾਰ ਇਹੀ ਕਹਿੰਦੇ ਹਾਂ ਕਿ ਸਾਰੇ ਮੁਲਕ ਦਾ ਅਸੀਂ ਢਿੱਡ ਭਰਦੇ ਹਾਂ, ਪਰ ਇਹ ਅੰਕੜੇ ਹੈਰਾਨ ਕਰਨ ਵਾਲੇ ਨੇ ਕਿ ਸਾਡੇ ਮੁਲਕ ਦੇ ਵਿੱਚ ਪੰਜਾਬ ਇੱਕ ਅਜਿਹਾ सूबा है जिथे लोग भुखे ढिड सौंदे। नहीं देखो गल ये है हरप्रीत जी भी ਜਿਹੜੇ ਇਹ ਅੰਕੜੇ ਆ, ਮੈਂ ਵੀ ਇਹਨਾਂ ਦੇ ਉੱਤੇ ਜਿੰਨੀ ਕਿ ਮੈਂ ਸਟੱਡੀ ਕਰ ਸਕਿਆ ਮੈਂ ਕੋਸ਼ਿਸ਼ ਕੀਤੀ ਹੈ। ਤੇ ਨੀਤੀ ਆਯੋਗ ਕਿਸ ਤਰੀਕੇ ਦੇ ਨਾਲ ਲੈਂਦਾ ਹੈ, ਇਹ ਵੀ ਕਈ ਗੱਲਾਂ ਬੜੀਆਂ ਇਹ ਵੀ ਡਿਬੇਟੇਬਲ ਹੈ। ਜਿਵੇਂ ਪਿੱਛੇ ਕੋਈ ਗੁੱਡ ਗਵਰਨੈਂਸ ਵਾਲਾ ਉਹਨਾਂ ਨੇ ਲੈ ਕੇ ਆਂਦਾ ਸੀਗਾ, ਉਹਦੇ ਵਿੱਚ ਕੋਈ ਕਿਸੇ ਪੈਰਾਮੀਟਰ ਨੂੰ ਕਿਸੇ ਸਾਲ 'ਚ ਫੜ ਲਿਆ, ਕਿਸੇ ਨੂੰ ਕਿਸੇ 'ਚ ਫੜ ਲਿਆ, ਕਿਸੇ ਨੂੰ ਕਿਸੇ 'ਚ ਫੜ ਲਿਆ। ਚਲੋ ਆਪਾਂ ਫਿਰ ਵੀ ਨਹੀਂ ਹੈ, ਪਰ ਇਹ ਤਾਂ ਸਾਲ 2019 ਦਾ ਡੇਟਾ ਹੈ ਨਾ, ਇਹ ਤਾਂ ਪਿਛਲਾ ਨਹੀਂ ਹੈ। ਠੀਕ ਹੈ, 2018 ਦੇ ਵਿੱਚ ਵੀ ਨੀਤੀ ਆਯੋਗ ਨੇ ਡੇਟਾ ਜਾਰੀ ਕੀਤਾ ਸੀ ਜਿਹਦੇ 'ਚ ਪੰਜਾਬ ਦੀ ਹਾਲਤ 10ਵੇਂ ਤੇ ਸੀ, ਅੱਜ 12ਵੇਂ ਤੇ ਆ ਗਈ ਹੈ। ਨਹੀਂ ਦੇਖੋ ਮੈਂ ਤੁਹਾਨੂੰ ਇਹ ਗੱਲ ਜਿਹੜੀ ਹੈਗੀ ਹੈ, ਤੁਸੀਂ ਹਰਪ੍ਰੀਤ ਜੀ ਜਿਹੜੇ ਦੋ ਗੱਲਾਂ ਕਹੀਆਂ ਇਹਦੇ ਵਿੱਚ ਬਿਲਕੁਲ ਜਿਹੜਾ ਹੈਗਾ ਪੰਜਾਬ ਦੀ ਪੋਜੀਸ਼ਨ ਥੱਲੇ ਆਈ ਹੈ। ਪਰ ਇਹ ਵੀ ਨਹੀਂ ਗੱਲ ਹੈ ਵੀ ਜੇ ਪੰਜਾਬ ਇਹ ਕਈ ਗੱਲਾਂ ਕੰਟਰਾਡਿਕਸ਼ਨ ਵੀ ਕ੍ਰੀਏਟ ਕਰਦੀਆਂ ਨੇ। ਮੈਂ ਹੁਣ ਤੁਹਾਨੂੰ ਇੱਕ ਗੱਲ ਦੱਸਣ ਲੱਗਿਆ, ਜਿਵੇਂ ਹੁਣ ਇਹਨਾਂ ਦਾ ਡਾਟਾ ਨੀਤੀ ਆਯੋਗ ਦਾ ਹੀ ਡਾਟਾ ਕਹਿੰਦਾ ਹੈ ਵੀ ਇੰਟਰਨੈਟ ਯੂਜ਼ ਹੋਣ 'ਚ ਪੰਜਾਬ ਨੇ ਬਹੁਤ ਅਗਾਂਹ ਵੱਲ ਨੂੰ ਗਿਆ। ਵੀ ਜੇ ਅਸੀਂ ਇੰਟਰਨੈਟ ਅਗਾਂਹ ਵੱਲ ਨੂੰ ਯੂਜ਼ ਕਰਨ ਨੂੰ ਗਏ ਆ ਤਾਂ ਫਿਰ ਭੁੱਖਮਰੀ ਤਾਂ ਸਾਡੇ ਸਟੇਟ ਦੇ ਵਿੱਚ ਹੋਣ ਦਾ ਮਤਲਬ ਨਹੀਂ ਹੈਗਾ। 300 ਰੁਪਏ 'ਚ 4 ਮਹੀਨੇ ਦਾ ਇੰਟਰਨੈਟ ਡਾਟਾ ਮਿਲ ਜਾਂਦਾ ਜਨਾਬ। ਇਸ ਕਰਕੇ 300 ਰੁਪਏ 'ਚ 4 ਮਹੀਨੇ ਦਾ ਡਾਟਾ ਮਿਲ ਜਾਂਦਾ। ਭੁੱਖੇ ਢਿੱਡ ਸੌਂਦਾ ਤੁਸੀਂ ਇੰਟਰਨੈਟ ਦਾ ਮੁਕਾਬਲਾ ਰੋਟੀ ਨਾਲ ਕਰ ਨਹੀਂ ਸਕਦੇ। ਰੋਟੀ 300 ਰੁਪਏ ਦੀ ਤੁਸੀਂ 3 ਮਹੀਨੇ ਨਹੀਂ ਖਾ ਸਕਦੇ। 300 ਰੁਪਏ ਚ ਤੁਸੀਂ ਡੇਟਾ ਲੈ ਕੇ ਤੁਸੀਂ ਆਰਾਮ ਨਾਲ ਇੰਟਰਨੈਟ ਯੂਜ਼ ਕਰ ਸਕਦੇ। ਜਿਹੜਾ ਹੋਊਗਾ ਉਹ ਇੰਟਰਨੈਟ ਡਾਟਾ ਨਹੀਂ ਯੂਜ਼ ਕਰਦਾ। ਪਰ ਮੈਂ ਫਿਰ ਵੀ ਮੈਂ ਇੱਕ ਗੱਲ ਹਰਪ੍ਰੀਤ ਜੀ ਬੜੀ ਸਪਸ਼ਟ ਗੱਲ ਹੈ ਕਹਿਣੀ ਚਾਹੂੰਗਾ, ਕਿਉਂਕਿ ਤੁਸੀਂ ਮੈਨੂੰ ਆਪਣੀ ਜਿਹੜਾ ਸੀਗਾ ਜਦੋਂ ਤੁਸੀਂ ਇਹ ਗੱਲ ਨੂੰ ਇੰਟਰੋਡਿਊਸ ਕੀਤਾ, ਕਿਹਾ ਸੀ ਵੀ ਐਜੂਕੇਸ਼ਨ, ਹੈਲਥ, ਇਹ ਸਾਰੀਆਂ ਚੀਜ਼ਾਂ ਦੇ ਨਾਲ ਜੁੜ ਕੇ ਡਾਟਾ ਬਣਦਾ। ਜੇ ਅਸੀਂ ਹੈਲਥ ਦਾ ਦੇਖੀਏ
ਅਸੀਂ ਉਹਦੇ ਵਿੱਚ ਵੀ ਇੰਪਰੂਵ ਕੀਤਾ। ਜੇ ਅਸੀਂ ਐਜੂਕੇਸ਼ਨ ਦਾ ਦੇਖੀਏ ਅਸੀਂ ਉਹਦੇ ਵਿੱਚ ਵੀ ਇੰਪਰੂਵ ਕੀਤਾ। ਇਹ ਨੀਤੀ ਆਯੋਗ ਦੇ ਅੰਕੜਿਆਂ ਦੀ ਮੈਂ ਗੱਲ ਕਰਦਾ। ਜੇ ਇੰਡਸਟਰੀ ਦਾ ਦੇਖੀਏ ਅਸੀਂ ਉਹਦੇ ਵਿੱਚ ਵੀ ਇੰਪਰੂਵ ਕੀਤਾ। ਇਸ ਕਰਕੇ ਵੀ ਸੈਨੀਟੇਸ਼ਨ ਹੈ ਅਸੀਂ ਉਹਦੇ ਵਿੱਚ ਵੀ ਇੰਪਰੂਵ ਕੀਤਾ। ਨਹੀਂ, ਪਰ ਗੱਲ ਇਹ ਹੈ ਨਾ ਸੁਖਦੇਵ ਸਿੰਘ ਜੀ, ਇਹ ਸਾਰੀਆਂ ਚੀਜ਼ਾਂ ਕਿਹਦੇ ਲਈ ਕੀਤੀਆਂ ਜਾਂਦੀਆਂ ਨੇ? ਐਜੂਕੇਸ਼ਨ, ਹੈਲਥ ਸਿਸਟਮ, ਸੈਨੀਟੇਸ਼ਨ, ਇਹ ਕਿਹਨਾਂ ਲਈ ਕੀਤੀਆਂ ਜਾਂਦੀਆਂ ਨੇ? ਲੋਕਾਂ ਦੇ ਲਈ, ਲੋਕਾਂ ਦੇ ਵੈਲਫੇਅਰ ਦੇ ਲਈ। ਪਰ ਦੂਜੇ ਪਾਸੇ ਅੰਕੜੇ ਇਹ ਨੇ ਕਿ ਲੋਕ ਭੁੱਖੇ ਢਿੱਡ ਸੌਂਦੇ ਨੇ, ਲੋਕ ਗਰੀਬੀ ਰੇਖਾ ਦੇ ਵਿੱਚ ਵੜਦੇ ਜਾ ਰਹੇ ਨੇ, ਹੇਠਾਂ ਵੜਦੇ ਜਾ ਰਹੇ ਨੇ। ਫਿਰ ਜੇ ਇਹ ਵਿਕਾਸ ਦਾ ਕਰਨਾ ਹੀ ਕੀ ਹੈ ਜੇ ਰੋਟੀ ਖਾਦੇ ਬਿਨਾਂ ਰਾਤ ਨੂੰ ਸੌਂਦੇ ਨੇ ਲੋਕ? ਦੇਖੋ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਕਿਤੇ ਨਾ ਕਿਤੇ ਇਹ ਅੰਕੜਿਆਂ ਦੇ ਵਿੱਚ ਵੀ ਸੈਲਫ ਕੰਟਰਾਡਿਕਸ਼ਨ ਹੈਗੀ ਆ। ਇਸ ਕਰਕੇ ਜਿਹੜੇ ਇਹ ਤੁਹਾਡੇ ਕੈਬਨਿਟ ਮੰਤਰੀ ਕਹਿੰਦੇ ਨੇ ਅੰਕੜੇ ਤਾਂ ਠੀਕ ਨੇ, ਲੋਕ ਡਾਈਟਿੰਗ ਕਰ ਰਹੇ ਨੇ, ਇਸ ਕਰਕੇ ਇਹ ਅੰਕੜੇ ਪ੍ਰਭਾਵਿਤ ਹੋਏ ਨੇ। ਨਹੀਂ, ਚਲੋ ਦੇਖੋ ਗੱਲ ਇਹ ਹੈ ਵੀ ਤੁਹਾਡੇ ਕੈਬਨਿਟ ਮੰਤਰੀ ਨੇ, ਸਿਹਤ ਮੰਤਰੀ ਜਿਨ੍ਹਾਂ ਨੇ ਡਾਟਾ ਅੱਜ ਕਿਹਾ ਇਹ ਬਿਆਨ ਦਿੱਤਾ ਕਿ ਲੋਕ ਨਾ ਡਾਈਟਿੰਗ ਕਰ ਰਹੇ ਨੇ। ਸਿਹਤ ਮੰਤਰੀ ਸਾਹਿਬ ਕੋਲੇ ਜਿਹੜੀਆਂ ਫਾਈਲਾਂ ਦੀ ਅਸੈਸ ਜ਼ਿਆਦਾ ਹੁੰਦੀ ਆ, ਉਹਨਾਂ ਨੂੰ ਜ਼ਿਆਦਾ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ। ਉਹ ਕਿਸ ਬੇਸ ਤੇ ਕਹਿੰਦੇ ਆ, ਉਹ ਉਹਨਾਂ ਤੋਂ ਹੀ ਜਵਾਬ ਲਿੱਤਾ ਜਾ ਸਕਦਾ। ਉਹਦੇ ਬਾਰੇ ਮੈਨੂੰ ਤਾਂ ਜਾਣਕਾਰੀ ਨਹੀਂ ਹੈ। ਪਰ ਜਿਹੜੀ ਮੈਂ ਤੁਹਾਨੂੰ ਆਪਣੀ ਗੱਲ ਦੱਸੀ ਹੈ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਹੈਗੀ ਹੈ ਸੈਲਫ ਕੰਟਰਾਡਿਕਸ਼ਨ ਹੈਗੀ ਹੈ। ਚਲੋ ਇੱਕ ਮਿੰਟ, ਚੀਮਾ ਸਾਹਿਬ ਤੋਂ ਰਿਐਕਸ਼ਨ ਲੈ ਲਾ ਫਿਰ ਆਣਾ। ਹਾਂਜੀ ਚੀਮਾ ਸਾਹਿਬ, ਇਹ ਕਹਿੰਦੇ ਨੇ ਕਿ ਦੋ ਥਾਵਾਂ ਤੇ ਭਾਵੇਂ ਸਾਡੀ ਕਾਰਗੁਜ਼ਾਰੀ ਹੈ ਉਹ ਮਾੜੀ ਹੋ ਸਕਦੀ ਹੈ, ਹੈਲਥ ਭਾਵੇਂ ਜਿਹਦੇ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਜਿਹੜੀ ਹੈ ਲੋਕ ਵੱਧ ਗਏ ਨੇ ਜਾਂ ਜਿਹੜੀ ਹੈ ਭੁੱਖਮਰੀ ਉਹ ਵੱਧ ਗਈ ਆ, ਬਾਕੀ ਥਾਵਾਂ ਨੇ ਜਿਹੜੀਆਂ ਭਾਵੇਂ ਉਹ ਸਿਹਤ ਹੈ, ਸਿੱਖਿਆ, ਉਹਦੇ 'ਚ ਕਹਿੰਦੇ ਨੇ ਅਸੀਂ ਚੰਗੀ ਕਾਰਗੁਜ਼ਾਰੀ ਕੀਤੀ ਹੈ। ਫਿਰ ਇਹ ਅੰਕੜੇ ਆਪਸ ਦੇ ਵਿੱਚ ਕੰਟਰਾਡਿਕਟ ਕਿਵੇਂ ਹੋ ਸਕਦੇ ਨੇ? ਦੇਖੋ, ਗੱਲ ਇਹ ਹੈ ਕਿ ਜਦੋਂ ਤੁਸੀਂ ਓਵਰਆਲ ਅੰਕੜਿਆਂ ਦੇ ਉੱਤੇ ਨਜ਼ਰ ਮਾਰੋਗੇ ਤੇ ਭੁੱਖਮਰੀ ਕਿਉਂ ਵਧੀ ਹੈ, ਉਹਦੇ ਕਾਰਨ ਵੀ ਤੁਹਾਨੂੰ ਇਹ ਜਿਹੜੀ ਨੀਤੀ ਆਯੋਗ ਦੀ ਰਿਪੋਰਟ ਹੈ ਉਹਦੇ ਵਿੱਚੋਂ ਹੀ, ਜਦੋਂ ਤੁਸੀਂ 2018 ਦੀ ਤੇ 2019 ਦੀ ਰਿਪੋਰਟ ਨੂੰ ਕੰਪੇਅਰ ਕਰੋਗੇ ਤੇ ਇਹਦੇ ਵਿੱਚੋਂ ਹੀ ਮਿਲ ਜਾਂਦੇ ਆ। ਕਿਉਂਕਿ ਜਿਹੜੀ ਨਰੇਗਾ ਸਕੀਮ ਹੈ ਇਹਦੇ ਵਿੱਚ 81.63% ਜਿਹੜੀ ਹੈ ਉਹ 2018 ਦੀ ਇਹਨਾਂ ਦੀ ਰਿਪੋਰਟ ਸੀ ਆਪਣੀ ਸਰਕਾਰ ਦੀ, ਔਰ ਇਸ ਸਾਲ ਦੀ ਜਿਹੜੀ ਰਿਪੋਰਟ ਹੈ 2019 ਦੀ ਉਹ 76.12। ਜੇ ਜਿਹੜਾ ਗਰੀਬ ਬੰਦਾ, ਹੇਠਾਂ ਮਜ਼ਦੂਰ ਬੰਦਾ, ਦਿਹਾੜੀਦਾਰ ਬੰਦਾ, ਜੇ ਉਹਦੇ ਵਿੱਚ ਹੀ ਤੁਹਾਡੇ ਆਪਣੇ ਡਾਟੇ ਦੇ ਵਿੱਚ 5% ਦੀ ਕਮੀ ਆਉਂਦੀ ਹੈ ਉਹਦੀ ਐਮਪਲੋਇਮੈਂਟ ਤੇ, ਕਿ 5% ਨੂੰ ਸਾਰਾ ਸਾਲ ਰੋਟੀ ਰੋਜੀ ਵਾਸਤੇ ਵੀ ਐਮਪਲੋਇਮੈਂਟ ਨਹੀਂ ਮਿਲੀ, ਨਰੇਗਾ ਦੇ ਵਿੱਚ ਵੀ ਉਹਨੂੰ ਜੌਬ ਨਹੀਂ ਮਿਲੀ, ਤੇ ਇਹ ਆਪਣੇ ਆਪ ਦੇ ਵਿੱਚ ਇੱਕ ਸਫੀਸ਼ੀਐਂਟ ਕਾਰਨ ਹੈ ਦੱਸਣ ਵਾਸਤੇ ਕਿ ਜਿਹੜੀ ਹੈਗੀ ਆ ਭੁੱਖਮਰੀ ਕਿਉਂ ਪੰਜਾਬ ਦੇ ਵਿੱਚ ਵੱਧ ਰਹੀ ਹੈ। ਅੱਛਾ ਚੀਮਾ ਸਾਹਿਬ, ਇੱਕ ਗੱਲ ਦੱਸੋ, ਤੇ ਤੁਹਾਨੂੰ ਕੀ ਨਜ਼ਰ ਆਉਂਦਾ ਕਿ ਨਰੇਗਾ ਦੇ ਵਿੱਚ ਕਿਉਂ ਇਹ 5% ਘਟ ਗਏ ਨੇ? ਕਿਉਂਕਿ ਇਹ ਤਾਂ ਸੈਂਟਰ ਦੀ ਫੰਡਡ ਸਕੀਮ ਹੈਗੀ ਹੈ, ਪੈਸਾ ਉਧਰੋਂ ਆਣਾ ਹੈ, ਇੱਧਰ ਦੇਣਾ ਹੈ, ਇਹਦੇ ਵਿੱਚ ਦਿੱਕਤ ਕੀ ਹੈ? ਦੇਖੋ, ਇੰਪਲੀਮੈਂਟਿੰਗ ਏਜੰਸੀ ਜਿਹੜੀ ਹੈ ਉਹ ਸਟੇਟ ਹੈ। ਸਾਰੀਆਂ ਸਕੀਮਾਂ ਜਿਹੜੀਆਂ ਉਹਦੀ ਜਿਹੜੀ ਹੈਗੀ ਹੈ ਡਿਸਟ੍ਰਿਕਟ ਲੈਵਲ ਦੇ ਉੱਤੇ ਮੋਨੀਟਰਿੰਗ ਹੁੰਦੀ। ਜਦੋਂ ਮੋਨੀਟਰਿੰਗ ਨਾ ਠੀਕ ਹੋਏਗੀ, ਪੈਸੇ ਦਾ ਫਲੋ ਠੀਕ ਨਾ ਹੋਏਗਾ, ਤੁਸੀਂ ਨਰੇਗਾ ਦੇ ਫੰਡ ਨੂੰ ਹੋਰ ਪਾਸੇ ਯੂਟਿਲਾਈਜ਼ ਕਰ ਲੋਗੇ। ਨਰੇਗਾ ਦੇ ਵਿੱਚ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਬੜਾ ਵੱਡਾ ਫਰਾਡ ਵੀ ਹੋਇਆ ਜੀ, ਜਾਲੀ ਐਂਟਰੀਆਂ ਪਾ ਕੇ, ਤੇ ਇਸ ਮਸਲੇ ਨੂੰ ਕੰਪਲਿਕੇਟ ਕਰੋਗੇ ਤੇ ਨੈਚੁਰਲੀ ਹੈ ਕਿ ਉਹ ਸਕੀਮ ਜਿਹੜੀ ਤੁਹਾਡੀ ਸਟੇਟ ਦੇ ਵਿੱਚ ਅਫੈਕਟ ਹੋਏਗੀ। ਕਿਉਂਕਿ ਵੱਡਾ ਸਕੈਂਡਲ ਮੁਕਤਸਰ ਵਾਲੇ ਪਾਸੇ, ਫਰੀਦਕੋਟ ਵਾਲੇ ਪਾਸੇ ਨਰੇਗਾ ਸਕੀਮ ਦੇ ਵਿੱਚ ਰਿਪੋਰਟ ਵੀ ਹੋਇਆ ਸੀ, ਜਿਹਦੀ ਨੈਸ਼ਨਲ ਲੈਵਲ ਦੇ ਉੱਤੇ ਟੀਮ ਨੇ ਆ ਕੇ ਇਨਕੁਆਇਰੀ ਵੀ ਕੀਤੀ ਜੀ। ਇਸ ਕਰਕੇ ਜਦੋਂ ਮੋਨੀਟਰਿੰਗ ਘਟਦੀ ਹੈ ਤੇ ਨੈਚੁਰਲੀ ਜਿਹੜੀ ਕੰਪਲਾਈਂਸ ਹੈ ਉਹ ਨੀਚੇ ਆਉਂਦੀ ਹੈ, ਔਰ ਉਹਦੇ ਨਾਲ ਜਿਹੜੇ ਜੈਨੂਇਨ ਜਿਹੜੇ ਬੰਦੇ ਆ ਉਹ ਅਫੈਕਟ ਹੁੰਦੇ ਆ। ਠੀਕ ਹੈ, ਮੈਂ ਵਾਪਸ ਆਣਾ ਤੁਹਾਡੇ ਕੋਲ। ਮੈਂ ਸਤਵੀਰ ਵਾਲੀਆ ਸਾਹਿਬ ਤੋਂ ਇੱਕ ਰਿਐਕਸ਼ਨ ਲੈਣਾ। ਵਾਲੀਆ ਸਾਹਿਬ, ਸੁਣਨ ਦੇ ਵਿੱਚ ਹੀ ਆਪਣੇ ਆਪ ਨੂੰ ਪੰਜਾਬ ਵਾਸੀ ਹੋਣ ਦੇ ਨਾਤੇ ਬੜਾ ਦੁੱਖ ਹੁੰਦਾ ਕਿ ਜਦੋਂ ਅਜਿਹੀਆਂ ਚੀਜ਼ਾਂ ਬਾਹਰ ਜਾਂਦੀਆਂ ਨੇ, ਲੋਕ ਦੇਖਦੇ ਨੇ ਕਿ ਅਸੀਂ ਪੰਜਾਬ ਨੂੰ ਤਾਂ ਫੂਡ ਬਾਲ ਕਹਿੰਦੇ ਆ, ਅਸੀਂ ਕਹਿੰਦੇ ਆ ਕਿ ਪੰਜਾਬ ਬੜਾ ਹਰਿਆ ਭਰਿਆ। ਜਦੋਂ ਵੀ ਫਿਲਮਾਂ ਦੇ ਵਿੱਚ ਜਾਂ ਕਿਤੇ ਦੇਖਦੇ ਆ ਕਿ ਲਹਿਲਹਾਉਂਦੀਆਂ ਫਸਲਾਂ, ਭੰਗੜੇ ਪਾ ਰਹੇ ਨੇ ਲੋਕ, ਅਜਿਹੀਆਂ ਚੀਜ਼ਾਂ ਜਦੋਂ ਯਥਾਰਥ ਦੇਖੀਦਾ, ਗਰਾਊਂਡ ਹਕੀਕਤ ਦੇਖੀਦੀ ਹੈ, ਤਾਂ ਇੱਥੇ ਤਾਂ ਗਰੀਬੀ ਤੇ ਭੁੱਖਮਰੀ ਹੈ। ਇਹ ਲੱਗਦਾ ਨਹੀਂ ਕਿ ਇਹਦਾ ਰਿਐਕਸ਼ਨ ਬੜਾ ਗਲਤ ਜਾਂਦਾ ਬਾਹਰ ਵੀ? ਦੇਖੋ ਹਰਪ੍ਰੀਤ ਜੀ, ਨੋ ਡਾਊਟ ਇਹਦਾ ਰਿਐਕਸ਼ਨ ਜਿਹੜਾ ਹੈ ਬਿਲਕੁਲ ਨੈਗੇਟਿਵ ਪ੍ਰਭਾਵ ਜਾਂਦਾ ਪੰਜਾਬ ਦੇ ਪ੍ਰਤੀ ਲੋਕਾਂ 'ਚ। ਜਿਵੇਂ ਲੋਕਾਂ ਨੂੰ ਲੱਗਦਾ ਪੰਜਾਬ ਬੜਾ ਖੁਸ਼ਹਾਲ ਹੈਗਾ। ਸੋ ਮੈਂ ਹੁਣ ਦੋ ਪਾਰਟ 'ਚ ਇਸ ਚੀਜ਼ ਨੂੰ ਡਿਵਾਈਡ ਕਰਨਾ ਚਾਹਾਂਗਾ ਕਿ ਵੀ ਪ੍ਰੋਪਰ ਵੇ ਨਾਲ। ਨੰਬਰ 1 ਤਾਂ ਪਹਿਲਾਂ ਆਪਾਂ ਸੈਂਟਰ ਦੀ ਰਿਪੋਰਟ ਲਈਏ ਜੀ, ਵੀ ਸੈਂਟਰ ਸਰਕਾਰ ਜਿਹੜਾ ਸਾਡਾ ਪੂਰਾ ਦੇਸ਼ ਹੈ, ਦੇਸ਼ ਕਿਸ ਲੈਵਲ ਤੇ ਬੈਠਾ, ਫਿਰ ਆਪਾਂ ਪੰਜਾਬ ਤੇ ਆਵਾਂਗੇ। ਸਾਡੇ ਦੇਸ਼ ਜਿਹੜਾ ਗਲੋਬਲ ਹੰਗਰ ਇੰਡੈਕਸ ਹੈਗਾ, ਭੁੱਖਮਰੀ ਦਾ ਜਿਹੜਾ ਇੰਡੈਕਸ ਗਲੋਬਲ ਲੈਵਲ ਤੇ ਹੈਗਾ, 117 ਦੇਸ਼ ਜਿਹਨੂੰ ਫੋਲੋ ਕਰਦੇ ਆ, ਉਸ 'ਚ ਸਾਡਾ ਦੇਸ਼ ਅੱਜ 103 ਨੰਬਰ ਤੇ ਖੜਾ ਹੈ। 2015 'ਚ 93 ਸੀਗਾ, 16 'ਚ 97 ਸੀਗਾ, 17 'ਚ 102 ਤੇ 18 'ਚ 103। ਮਤਲਬ ਡੇ ਬਾਈ ਡੇ ਭੁੱਖਮਰੀ ਵੱਲ ਸਾਡਾ ਦੇਸ਼ ਵੱਧਦਾ ਜਾ ਰਿਹਾ, ਜਿਸ 'ਚੋਂ ਪਾਕਿਸਤਾਨ, ਬੰਗਲਾਦੇਸ਼ ਵੀ ਸਾਡੇ ਨਾਲੋਂ ਕਿਤੇ ਜ਼ਿਆਦਾ ਉੱਤੇ ਨੇ, ਅਸੀਂ ਉਹਨਾਂ ਤੋਂ ਵੀ ਥੱਲੇ ਆ। ਫਿਰ ਜੋ ਆਪਣਾ ਡਾਟਾ ਹੈਗਾ
ਇੱਕ ਤਰ੍ਹਾਂ ਦੇ ਆਪਾਂ ਕਹਿ ਸਕਦੇ ਆ ਵੀ ਕਲੈਕਟ ਹੋਇਆ ਇੰਡੀਆ ਟੁਡੇ ਦੀ ਰਿਪੋਰਟ ਵੀ ਹੈਗੀ ਹੈ ਕਿ ਤਕਰੀਬਨ 25 ਲੱਖ ਜਿਹੜੇ ਸਾਡੇ ਦੇਸ਼ 'ਚ ਨਾਗਰਿਕ ਸਾਡੇ ਭੁੱਖਮਰੀ ਨਾਲ ਮਰਦੇ ਹਰ ਸਾਲ, ਜਿਸ ਤੋਂ 9 ਲੱਖ ਜਿਹੜੇ 25 ਲੱਖ ਚੋਂ 9 ਲੱਖ ਜਿਹੜੇ 5 ਸਾਲ ਤੋਂ ਘੱਟ ਉਮਰ ਦੇ ਬੱਚੇ ਆ। ਮਤਲਬ ਇਹ ਇੰਟਾਇਰ ਇੰਡੀਆ ਦੀ ਸਿਚੁਏਸ਼ਨ ਜਿਹੜੀ ਇਦਾਂ ਬਣੀ ਹੋਈ ਹੈ। ਹੁਣ ਦੂਜੀ ਆ ਗਈ ਨੀਤੀ ਆਯੋਗ ਦੀ ਗੱਲ। ਦੇਖੋ ਨੀਤੀ ਆਯੋਗ ਨੇ ਜੋ ਪੰਜਾਬ ਦਾ ਡਾਟਾ ਦਿੱਤਾ ਬੜੀ ਮੰਦਭਾਗਾ ਹੈਗਾ ਕਿ ਭੁੱਖਮਰੀ 'ਚ ਸਾਡਾ ਪੰਜਾਬ ਇੰਨੇ ਲੋ ਲੈਵਲ 'ਤੇ ਚਲਾ ਗਿਆ, ਪਹਿਲਾਂ ਦੀ ਰਿਪੋਰਟ ਨਾਲੋਂ ਬਹੁਤ ਘੱਟ ਉਸ 'ਤੇ ਆ ਗਿਆ, ਜਦਕਿ ਸਾਡਾ ਹਰਿਆ ਭਰਿਆ ਸੂਬਾ ਹੈ। ਪਰ ਜੇ ਆਪਾਂ ਨੀਤੀ ਆਯੋਗ ਦੀ ਗੱਲ ਕਰੀਏ, ਹੁਣ ਦੇਖੋ ਬੀਇੰਗ ਏ ਪੋਲੀਟੀਕਲ ਪਾਰਟੀ ਹਮੇਸ਼ਾ ਬੀਜੇਪੀ, ਅਕਾਲੀ ਦਲ ਤੇ ਕਾਂਗਰਸ ਇੱਕ ਦੂਜੇ ਤੇ ਦੋਸ਼ ਆਰੋਪ ਲਾਉਂਦੇ ਰਹਿੰਦੇ ਆ। ਜਿਵੇਂ ਹੁਣ ਵੀ ਆਪਾਂ ਦੇਖਿਆ ਕਿ ਕਾਂਗਰਸ ਦੇ ਸਾਡੇ ਵੀਰ ਨੇ ਕਿਹਾ ਵੀ ਨੀਤੀ ਆਯੋਗ ਨੇ ਇਹ, ਹੁਣ ਉਹੀ ਨੀਤੀ ਆਯੋਗ ਦਾ ਜੇ ਆਪਾਂ ਡਾਟਾ ਚੱਕ ਕੇ ਦੇਖਿਓ, ਨੀਤੀ ਆਯੋਗ ਕਹਿੰਦਾ ਵੀ 45 ਸਾਲ 'ਚ ਸਭ ਤੋਂ ਵੱਧ ਰਿਸੈਸ਼ਨ ਜਿਹੜਾ ਅਨਇੰਪਲਾਇਮੈਂਟ ਜਿਹੜੀ ਸਭ ਤੋਂ ਵੱਧ ਹੈ, ਉਹੀ ਨੀਤੀ ਆਯੋਗ ਕਹਿੰਦਾ ਹੈ ਵੀ ਸਾਡੇ ਦੇਸ਼ 'ਚ 45 ਸਾਲਾਂ 'ਚ ਹੋਣ ਆਈ ਹੈ। ਤੇ ਉਹੀ ਨੀਤੀ ਆਯੋਗ ਕਹਿੰਦਾ ਹੈ ਕਿ ਅਰਥ ਵਿਵਸਥਾ ਜਿਹੜੇ ਇਕਨੋਮਿਕ ਕ੍ਰਾਈਸਿਸ ਜਿਹੜੇ ਆਏ ਹੈ ਉਹ 70 ਸਾਲਾਂ 'ਚ ਪਹਿਲੀ ਵਾਰੀ ਉਹਦਾ ਵਾਈਸ ਪ੍ਰੈਜ਼ੀਡੈਂਟ ਕਹਿੰਦਾ ਕਿ ਸਾਡੇ ਦੇਸ਼ 'ਚ ਹੋਣਾ ਹੈ। ਇਹ ਸਿਆਸਤ ਤੋਂ ਆਪਾਂ ਕਹੀਏ ਕਿ ਪਿੱਛੇ ਹੈ, ਨੀਤੀ ਆਯੋਗ ਨੇ ਜੇ ਕਿਹਾ ਹੈ ਜੇ ਸਿਆਸਤ ਤੋਂ ਪ੍ਰਭਾਵਿਤ ਹੁੰਦਾ ਤਾਂ ਸ਼ਾਇਦ ਅੰਕੜੇ ਕੁਝ ਹੋਰ ਹੁੰਦੇ, ਤੇ ਸ਼ਾਇਦ ਅੰਕੜੇ ਕੁਝ ਹੋਰ ਹੁੰਦੇ। ਤਾਂ ਉਹੀ ਨੀਤੀ ਆਯੋਗ ਨੂੰ ਮੇਰੇ ਹਿਸਾਬ ਨਾਲ ਬੀਜੇਪੀ ਨੂੰ ਵੀ ਐਡਮਿਟ ਕਰ ਲੈਣਾ ਚਾਹੀਦਾ ਹੈ ਕਿ ਜੋ ਹਾਲਾਤ ਦੇਸ਼ 'ਚ ਬਣੇ ਹੋਏ ਨੇ ਭੁੱਖਮਰੀ ਦੇ, ਔਰ ਜੋ ਹਾਲਾਤ ਦੇਸ਼ ਦੀ ਅਰਥ ਵਿਵਸਥਾ ਦੇ ਬਣੇ ਹੋਏ ਨੇ ਉਹ ਵਾਕਈ ਸੱਚਾਈ ਹੈ। ਉਹ ਕਾਂਗਰਸ ਨੂੰ ਵੀ ਐਡਮਿਟ ਕਰ ਲੈਣਾ ਚਾਹੀਦਾ ਪੰਜਾਬ 'ਚ ਕਿ ਸਾਨੂੰ ਸੁਧਾਰ ਦੀ ਲੋੜ ਹੈ, ਪੰਜਾਬ ਨੂੰ ਸਾਨੂੰ ਅੱਗੇ ਹੋਰ ਡਿਵੈਲਪਮੈਂਟ ਵੱਲ ਲੈ ਕੇ ਜਾਣਾ ਚਾਹੀਦਾ। ਨੋ ਡਾਊਟ ਕਈ ਹਿੱਸਿਆਂ 'ਚ ਪੰਜਾਬ ਵਧੀਆ ਕੰਮ ਵੀ ਕਰ ਰਿਹਾ ਹੈ, ਪਰ ਭੁੱਖਮਰੀ ਜਿਹੜੀ ਹੈਗੀ ਹੈ ਔਰ ਇਹ ਸਭ ਤੋਂ ਵੱਡਾ ਇਸ਼ੂ ਹੈਗਾ ਵੀ ਕੋਈ ਸਾਡੇ ਦੇਸ਼ 'ਚ ਸਾਡੇ ਸੂਬੇ 'ਚ ਕੋਈ ਭੁੱਖਾ ਨਾ ਰਹੇ। ਇਹ ਸਰਕਾਰਾਂ ਨੇ ਇਨਸ਼ੋਰ ਕਰਨਾ, ਜਦ ਕਿ ਆਪਣਾ ਰਾਈਟ ਟੂ ਫੂਡ ਐਕਟ ਸਾਡੇ ਕੋਲ ਹੈਗਾ, ਬਟ ਫਿਰ ਵੀ ਅਸੀਂ ਲੋਕਾਂ ਨੂੰ ਨਹੀਂ ਪ੍ਰੋਪਰ ਰੋਟੀ ਦੇ ਪਾ ਰਹੇ। ਠੀਕ ਹੈ ਡਾਕਟਰ ਪੈਰਲਲ ਗਿਲ ਸਾਹਿਬ, ਤੁਸੀਂ ਡਾਕਟਰ ਵੀ ਹੋ, ਮੈਨੂੰ ਇੱਕ ਗੱਲ ਦੱਸੋ, ਜਿਹੜਾ ਤਰਕ ਅੱਜ ਹੈਲਥ ਮਿਨਿਸਟਰ ਨੇ ਦਿੱਤਾ ਹੈ ਕਿ ਲੋਕ ਡਾਈਟਿੰਗ ਕਰ ਰਹੇ ਨੇ, ਇਸ ਕਰਕੇ ਵੀ ਹੋ ਸਕਦਾ ਹੈ ਕਿ ਜਿਹੜਾ ਇੰਡੈਕਸ ਆਇਆ ਉਹਦੇ ਵਿੱਚ ਜਿਹੜਾ ਇਹ ਨੀਤੀ ਆਯੋਗ ਜਿਹੜੇ ਅੰਕੜੇ ਚੁੱਕਦਾ ਉਹਦੇ ਵਿੱਚ ਕਈ ਵਾਰ ਇਹ ਹੋ ਜਾਂਦਾ, ਅੰਕੜੇ ਚੁੱਕੇ ਜਾਂਦੇ ਨੇ ਕਿ ਸੂਬੇ ਦੇ ਵਿੱਚ ਕਿੰਨਾ ਰਾਸ਼ਨ ਲੱਗਿਆ, ਕਿੰਨੀਆਂ ਸਬਜ਼ੀਆਂ ਲੱਗੀਆਂ, ਕਿੰਨਾ ਫਲ, ਕਿੰਨਾ ਦੁੱਧ ਲੱਗਿਆ, ਉਹ ਜਿਹੜੇ ਲੋਕ ਡਾਈਟਿੰਗ ਕਰਦੇ ਨੇ ਉਹ ਘੱਟ ਲੱਗਦਾ, ਇਸ ਕਰਕੇ ਨੀਤੀ ਆਯੋਗ ਨੇ ਦੇਖ ਲਿਆ ਕਿ ਇੱਥੇ ਤਾਂ ਭੁੱਖਮਰੀ ਬੜੀ ਵੱਧ ਗਈ ਹੈ, ਗਰੀਬੀ ਬਹੁਤ ਵੱਧ ਗਈ ਹੈ। ਇਹ ਤਰਕ ਠੀਕ ਲੱਗਦਾ ਤੁਹਾਨੂੰ? ਤਰਕ ਦੀ ਗੱਲ ਛੱਡੋ ਤੁਸੀਂ, ਇਹ ਤਾਂ ਬਰਨਾਲੇ ਚੋਂ ਆਏ ਹੋਏ ਨੇ ਬੈਕਵਰਡ ਏਰੀਆ ਦੇ ਵਿੱਚੋਂ, ਤੇ ਇੱਥੇ ਸ਼ਾਇਦ ਰਹਿ ਕੇ ਇਹਨਾਂ ਨੂੰ ਇਹ ਰੰਗ ਲੱਗ ਗਿਆ। ਜਿਵੇਂ ਕਿਸੇ ਬੰਦੇ ਨੇ ਕਿਹਾ ਜੀ ਲੋਕ ਭੁੱਖੇ ਨੇ, ਕਹਿੰਦਾ ਕਿਉਂ, ਕਹਿੰਦਾ ਰੋਟੀ ਨਹੀਂ ਮਿਲਦੀ, ਕਹਿੰਦੇ ਫਿਰ ਉਹ ਡਬਲ ਰੋਟੀ ਲੈ ਕੇ ਖਾ ਲਿਆ ਕਰਨ, ਲੈ ਕੇ ਖਾ ਲਿਆ ਕਰਨ। ਇਹੋ ਜਿਹੀ ਗੱਲ ਹੈ ਇਹ। ਪੰਜਾਬ ਦੇ ਵਿੱਚ 6% ਬੱਚੇ ਨੇ, ਕਰੀਬ ਸਿਰਫ 6% 5 ਤੋਂ 23 ਮਹੀਨਿਆਂ ਦੇ, 6 ਤੋਂ 23 ਮਹੀਨਿਆਂ ਦੇ, ਜਿਨ੍ਹਾਂ ਨੂੰ ਜਿੰਨੀ ਚਾਹੀਦਾ ਭੋਜਨ ਉਹਨਾਂ ਮਿਲਦਾ ਹੈ, ਇਹ ਕਹਿੰਦੇ ਡਾਈਟਿੰਗ ਕਰਦੇ ਨੇ। ਸਿਰਫ 6% 6 ਤੋਂ 23 ਮਹੀਨਿਆਂ, 5 ਤੋਂ 6 ਤੋਂ 23 ਮਹੀਨਿਆਂ ਦੇ। ਪੰਜਾਬ ਦੇ ਵਿੱਚ 38% ਔਰਤਾਂ ਦੇ ਵਿੱਚ ਖੂਨ ਦੀ ਕਮੀ ਸੀਗੀ। 5 ਸਾਲਾਂ ਬਾਅਦ ਉਹ ਖੂਨ ਦੀ ਕਮੀ ਵੱਧ ਕੇ 53% ਔਰਤਾਂ 'ਚ ਹੋ ਗਈ। ਇਹ ਕਹਿੰਦੇ ਨੇ ਉਹ ਡਾਈਟਿੰਗ ਕਰਦੇ ਨੇ। ਇੱਥੇ ਤਾਂ ਰੋਟੀ ਨਹੀਂ ਮਿਲਦੀ ਵੀ ਡਾਈਟਿੰਗ ਦੂਰ ਦੀ ਗੱਲ ਹੈ। ਸਟੰਟਡ ਗਰੋਥ ਕਹਿੰਦੇ ਅਸੀਂ ਇੱਕ, ਉਹਦੇ 'ਚ ਇੱਥੇ ਹੁਣ ਇਹ ਇੰਪਰੂਵ ਕਰਿਆ ਇਹਨਾਂ ਨੇ, ਇੰਡੈਕਸ ਥੋੜਾ ਜਿਹਾ ਇੰਪਰੂਵ ਕਰਿਆ ਪੰਜਾਬ ਦਾ, 23 ਤੋਂ 21 ਤੇ ਆਇਆ ਹੈ। 23% ਬੱਚੇ ਜਿਹਨੂੰ ਅਸੀਂ ਕਹਿੰਦੇ ਆ ਵੀ ਮਧਰਾ ਕੱਦ ਹੈ, ਲੋੜ ਤੋਂ ਘੱਟ ਹੈ, ਇੰਨੇ ਵਜਨ ਘੱਟ ਵਾਲੇ। ਸੋ ਇਹ ਮੰਤਰੀ ਜੀ ਸਿਹਤ ਦੇ ਮੰਤਰੀ ਹੋ ਕੇ ਮੈਨੂੰ ਤਾਂ ਵੈਸੇ ਸ਼ਰਮ ਆਉਂਦੀ ਹੈ ਵੀ ਸਿਹਤ ਮੰਤਰੀ ਨੂੰ ਆ ਬੇਸਿਕ ਅੰਕੜੇ, ਔਰ ਜਿਹੜੇ ਮੈਂ ਅੰਕੜੇ ਬੋਲ ਰਿਹਾ ਇਹ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ ਨੇ। ਇਹ ਕੋਈ ਐ ਨਹੀਂ ਵੀ ਕਿਸੇ ਅਰਥਸ਼ਾਸਤਰੀ ਦੇ ਤੇ ਜਿਹਨੂੰ ਫੈਮਿਲੀ ਹੈਲਥ ਸਰਵੇ ਦਾ ਨਹੀਂ ਪਤਾ, ਆਪਦੇ ਯਾਨੀ ਕਿ ਸਿਹਤ ਦੇ ਉੱਤੇ ਜਿਹੜਾ ਅੰਕੜੇ ਆਏ ਹੋਏ ਨੇ ਤੇ ਸਰਕਾਰ ਦੇ ਅੰਕੜੇ ਉਹਦਾ ਨਹੀਂ ਪਤਾ। ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਅਗਿਆਨਤਾ ਹੈ ਜਾਂ ਜਾਣਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਗੱਲ ਹੈ। ਇਹ ਤਾਂ ਦੋਨੇ ਉਹੀ ਫੈਸਲਾ ਕਰ ਸਕਦੇ ਨੇ ਨਾ, ਪਰ ਇਹ ਹੈ ਗਲਤ ਗੱਲ। ਦੂਜੀ ਗੱਲ ਮੈਂ ਇੱਕ ਹੋਰ ਕਹਾਂਗਾ, ਇਹ ਜਿਹੜੇ ਅੰਕੜੇ ਨੀਤੀ ਆਯੋਗ ਦੇ ਕਿਉਂ ਠੀਕ ਨੇ, ਇਹ ਥੋੜਾ ਜਿਹਾ ਬੈਕਗ੍ਰਾਉਂਡ ਦੱਸਣ ਦੀ ਲੋੜ ਹੈ। ਇਹ ਪੈਰਿਸ ਐਗਰੀਮੈਂਟ ਹੋਇਆ, ਇਹ ਅਸਲ 'ਚ ਇਹਨੂੰ ਕਹਿੰਦੇ ਅਸੀਂ ਟਿਕਾਊ ਵਿਕਾਸ ਦੇ ਨਿਸ਼ਾਨੇ, ਬਿਲਕੁਲ ਸਸਟੇਨੇਬਲ ਡਿਵੈਲਪਮੈਂਟ ਗੋਲਸ। ਇਹ ਪੈਰਿਸ ਕਾਨਫਰੰਸ ਦੇ ਅੰਡਰ COP ਕਨਵੈਨਸ਼ਨ ਆਫ ਪਾਰਟੀਜ਼ 2015 'ਚ ਹੋਈ, ਅੰਤਰਰਾਸ਼ਟਰੀ UN ਦੇ ਲੈਵਲ ਤੇ ਹੈ। UN 232 ਜਿਹੜੇ ਨੇ ਇੰਡੀਕੇਟਰ ਲੈਂਦੀ ਹੈ, ਅਸੀਂ 100 ਇੰਡੀਕੇਟਰ ਲੈਂਦੇ ਹਾਂ ਇੱਥੇ ਜ਼ਿਆਦਾ, ਕਿਉਂਕਿ ਅਸੀਂ UN 'ਚ ਵੀ ਅੰਕੜੇ ਪੇਸ਼ ਕਰਨੇ ਨੇ। ਇਸ ਕਰਕੇ ਇਹਨਾਂ ਅੰਕੜਿਆਂ 'ਚ ਹੇਰਾਫੇਰੀ ਜਾਂ ਇਹਨਾਂ 'ਚ ਕੋਈ ਆਰਬਿਟਰੀਨੈਸ ਜਾਂ ਇਹਨਾਂ 'ਚ ਕੋਈ ਬੇਧਿਆਨੀ ਉਹ ਕਰਨੀ ਥੋੜੀ ਔਖੀ ਹੁੰਦੀ ਹੈ। ਜਿੰਨਾ ਮਰਜ਼ੀ ਕੋਈ ਮੁਲਕ ਕਿਹੋ ਜਿਹਾ ਹੋਵੇ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮੁਲਕ ਦਾ ਤਾਂ ਇਮੇਜ ਬਣਾਉਣਾ ਹੀ ਹੁੰਦਾ ਨਾ, ਠੀਕ, ਤੇ ਉੱਥੇ ਅੰਕੜੇ ਜੇ ਗਲਤ ਫੜੇ ਜਾਣ ਫਿਰ ਤਾਂ ਬਹੁਤ ਔਖਾ ਹੋਊਗਾ। ਸੋ ਇਸ ਕਰਕੇ ਇਹ ਅੰਕੜੇ ਜਿਹੜੇ ਨੇ ਇਸ ਕਰਕੇ ਦਰੁਸਤ ਨੇ। ਅਦਰਵਾਈਜ਼ ਨੀਤੀ ਆਯੋਗ ਦੀ ਇੱਕ ਹੋਰ ਰਿਪੋਰਟ ਆਈ ਹੈ, ਮੈਂ ਤਾਂ ਕਹਿਣਾ ਪਰਸੋਂ ਹੀ, ਗੁੱਡ ਗਵਰਨੈਂਸ ਦੇ ਉੱਤੇ
ਤੇ ਉਹ ਗੁੱਡ ਗਵਰਨੈਂਸ ਕਿਤੇ 14 ਦਾ ਅੰਕੜਾ ਲੈ ਲਿਆ, ਕਿਤੇ 18 ਦਾ ਲੈ ਲਿਆ, ਕਿਤੇ 19 ਦਾ ਲੈ ਲਿਆ, ਕਿਤੇ 13 ਦਾ ਲੈ ਲਿਆ। ਉਹਨਾਂ ਨੂੰ ਪੁੱਛੋ ਵੀ ਅੰਕੜਿਆਂ ਦਾ ਇੱਕ ਨੋਰਮ ਤਾਂ ਲੈ ਲਓ, ਇਹ ਤਾਂ ਅਨਪੜ੍ਹ ਬੰਦਾ ਕਹਿ ਦਿੰਦਾ ਦੱਸ ਤਾਂ ਸਕੀਏ ਵੀ ਕਿੱਥੋਂ ਵੀ ਕਿਵੇਂ ਹੋਇਆ। ਕਿੱਥੋਂ ਤੋਂ ਕਿੱਥੇ, ਜਾਂ ਤੁਸੀਂ ਐਂ ਕਹਿ ਦਿਓ ਵੀ 13 ਤੋਂ 18 ਤੱਕ ਹੈ, ਕੁਛ ਤਾਂ ਕਹੋ। ਸੋ ਇਸ ਕਰਕੇ ਇਹ ਅੰਕੜੇ ਠੀਕ ਨੇ, ਮੈਂ ਇਹ ਮੰਨਦਾ, ਪਰ ਜਿਹੜਾ ਇਹਨਾਂ ਨੇ ਕਿਹਾ ਇਹ ਬਿਲਕੁਲ ਚੀਮਾ ਸਾਹਿਬ ਨੇ ਠੀਕ ਕਹੀ ਹੈ। ਤੇ ਵੀ ਮਨਰੇਗਾ 'ਚ ਹੁਣ ਮੈਂ ਤਾਂ ਕੀ ਕਹਿਣਾ ਜੀ, ਮਨਰੇਗਾ ਦੇ ਵਿੱਚ ਸਾਡੀ ਪਰਫਾਰਮੈਂਸ ਇੰਨੀ ਮਾੜੀ ਹੈ ਕਿ ਜਿੰਨੇ ਕਾਰਡ ਬਣਨੇ ਸੀ ਉਹਦੇ 50% ਤਾਂ ਪਹਿਲਾਂ ਕਲੇਮ ਕਰਦੇ ਨੇ ਕਿ ਅਸੀਂ ਕਾਰਡ ਬਣਾਤੇ। 14 ਲੱਖ ਕਾਰਡ ਬਣਾਏ ਨੇ, 28 ਲੱਖ ਬਣਨੇ ਸੀ। ਫਿਰ ਇਹ ਆਪ ਕਲੇਮ ਕਰਦੇ ਨੇ ਕਿ ਜਿਹੜੇ ਬਣ ਗਏ ਉਹਨਾਂ ਚੋਂ ਸਿਰਫ 40-45% ਐਕਟਿਵ ਨੇ, ਜਾਣੀ ਕਿ ਬਾਕੀ ਤਾਂ ਉਹੀ ਕਾਰਡ ਬਣਾ ਕੇ ਰੱਖੇ ਨੇ ਕਾਗਜ਼ਾਂ 'ਚ। ਫਿਰ ਇਹ ਆਪ ਮੰਨਦੇ ਨੇ ਕਿ ਅਸੀਂ ਜਿਹੜਾ 100 ਦਿਨ ਦਾ ਰੁਜ਼ਗਾਰ ਦੇਣਾ ਸੀ ਉਹ 10 ਜਾਂ 15 ਦਿਨ ਦਾ ਹੀ ਦਿੱਤਾ। ਸੋ ਜਦ ਤੁਸੀਂ ਰੁਜ਼ਗਾਰ, ਜਿਹੜਾ ਤੁਸੀਂ ਤੁਹਾਡਾ ਸਵਾਲ ਸੀ ਉਹਦਾ ਮੈਂ ਜਵਾਬ ਦੇ ਰਿਹਾ, ਤੁਸੀਂ ਕਹਿੰਦੇ ਅੰਨ ਬਹੁਤ ਪੈਦਾ ਹੁੰਦਾ, ਅੰਨ ਬਹੁਤ ਪੈਦਾ ਹੁੰਦਾ ਹੈ, ਪਰ ਖਰੀਦ ਸ਼ਕਤੀ ਕੀ ਹੈ? ਰੋਟੀ ਮਿਲਣੀ ਤਾਂ ਉਹਨੂੰ ਆ ਨਾ ਜਿਹਦੀ ਖਰੀਦ ਸ਼ਕਤੀ ਹੈ। ਮੈਂ ਪਿੱਛੇ ਇੱਕ ਆਲ ਇੰਡੀਆ ਰੇਡੀਓ ਵਾਸਤੇ ਨਾਟਕ ਲਿਖ ਰਿਹਾ ਸੀ, ਮੈਂ ਜੇ ਕੁਐਸਚਨ ਰੇਜ਼ ਕਰਿਆ, ਪਾਤਰ ਤੋਂ ਕਹਾਇਆ, ਪਾਤਰ ਕਹਿੰਦਾ ਜੀ, ਕਹਿੰਦਾ ਮੈਂ ਦੱਸੋ ਤੁਸੀਂ ਕਹੀ ਜਨੋ ਕਣਕ ਪੰਜਾਬ 'ਚ ਬਹੁਤ ਹੁੰਦੀ ਹੈ, ਪਰ ਮੇਰੇ ਕੋਲ ਪੈਸੇ ਹੀ ਨਹੀਂ, ਮੈਂ ਕਿੱਥੋਂ ਖਰੀਦ ਲਾਂ। ਸੋ ਜਦ ਮਨਰੇਗਾ ਦੇ ਰਾਹੀਂ ਉਹਨਾਂ ਗਰੀਬਾਂ ਨੂੰ, ਚੀਮਾ ਸਾਹਿਬ ਨੇ ਸਹੀ ਕਿਹਾ, 33% ਜਿਹੜੇ ਦਲਿਤਵਾਦੀ ਹੈ, ਪਿੰਡਾਂ ਦੀ ਆਬਾਦੀ ਹੈ ਜਿਹੜੀ 62%, ਉਹ ਅੱਜ ਕਿਸਾਨ ਵੀ ਪਿੱਛੇ ਜਾ ਰਿਹਾ, ਅੱਜ ਮਜ਼ਦੂਰ ਵੀ ਪਿੱਛੇ ਜਾ ਰਿਹਾ। 5000 ਤੋਂ ਘੱਟ ਤੇ ਗੁਜ਼ਾਰਾ ਕਰਦੇ 73% ਆਬਾਦੀ, 3/4 ਆਬਾਦੀ ਪੰਜਾਬ ਦੀ। ਸੋ ਇਸ ਕਰਕੇ ਅਸੀਂ ਭੁੱਖਮਰੀ ਦੇ ਵਿੱਚ, ਅਨੀਮੀਆ ਦੇ ਵਿੱਚ, ਸਿਹਤ ਦੇ ਵਿੱਚ ਅਸੀਂ ਪਿੱਛੇ ਗਏ ਹਾਂ। ਬੇਸਿਕ ਨੀਡ ਹੈ ਸਾਡੀ, ਮੂਲ ਨੀਡ ਹੈ ਕਿ ਅਸੀਂ ਲੋਕਾਂ ਨੂੰ ਘੱਟੋ ਘੱਟ ਜਿੰਨੀ ਭੋਜਨ, ਮੈਂ ਸੰਤੁਲਿਤ ਭੋਜਨ ਦੀ ਅਜੇ ਗੱਲ ਨਹੀਂ ਹੈ, ਜੀ ਸਮਝ ਗਿਆ, ਕਲੋਰੀਜ਼ ਘੱਟੋ ਘੱਟ ਕਲੋਰੀਆਂ ਤਾਂ ਮਿਲ ਜਾਣਾ, ਪੇਟ ਨੂੰ ਤੰਦੂਰ 'ਚ ਜਿੰਨੀ ਕੁ ਲੱਕੜ ਚਾਹੀਦੀ ਉਨੀ ਤਾਂ ਮਿਲ ਜੇ, ਉਹ ਲੱਕੜ ਦੀ ਕੁਆਲਿਟੀ ਭਾਵੇਂ ਜਿਹੀ ਮਰਜ਼ੀ ਹੋਵੇ। ਚਲੋ ਮੈਂ ਅੱਗੇ ਵਧਦਾ, ਇੱਕ ਮਿੰਟ ਮੋਹਿੰਦਰ ਅਗਰਵਾਲ ਸਾਹਿਬ ਕੋਲ ਚੱਲਦੇ ਹਾਂ। ਅਗਰਵਾਲ ਸਾਹਿਬ, ਮੇਰਾ ਇੱਕ ਸਵਾਲ ਹੈ ਜਿਹੜਾ ਸੁਖਦੇਵ ਸਿੰਘ ਹੋਰਾਂ ਨੇ ਵੀ ਚੱਕਿਆ ਕਿ ਜੇ ਇਹ ਰਿਪੋਰਟ ਇਹ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਇੰਟਰਨੈਟ ਯੂਜ਼ ਕਰਨ ਵਾਲਿਆਂ ਦੀ ਗਿਣਤੀ ਵਧੀ ਹੈ, ਬਹੁਤ ਜ਼ਿਆਦਾ ਇੰਟਰਨੈਟ ਲੋਕਾਂ ਨੇ ਯੂਜ਼ ਕੀਤਾ ਹੈ, ਬੜੇ ਚੇਤਨ ਹੋ ਗਏ ਨੇ ਲੋਕਾਂ ਕੋਲ ਪੈਸਾ ਹੋਏਗਾ ਤਾਂ ਹੀ ਉਹ ਇੰਟਰਨੈਟ ਯੂਜ਼ ਕਰਦੇ ਨੇ, ਫਿਰ ਇਹ ਦੂਜੇ ਪਾਸੇ ਇਹ ਹੀ ਰਿਪੋਰਟ ਕਹਿੰਦੀ ਹੈ ਕਿ ਇੱਥੇ ਭੁੱਖਮਰੀ ਵੱਧ ਗਈ ਹੈ, ਗਰੀਬੀ ਵੱਧ ਗਈ ਹੈ, ਇਹ ਦੋਵੇਂ ਚੀਜ਼ਾਂ ਸਾਈਮਲਟੇਨੀਅਸ ਕਿਵੇਂ ਚੱਲ ਸਕਦੀਆਂ ਨੇ? ਦੇਖੋ, ਇਸ ਤਰ੍ਹਾਂ ਹੈ, ਜਿਹੜੇ ਵਿੱਤ ਮੰਤਰੀ ਜੀ ਨੇ ਇਹ ਗੱਲ ਕਹੀ ਹੈ ਵੀ ਉਹ ਪੋਲੀਟੀਕਲ ਸਟੇਟਮੈਂਟ ਹੈ ਵੀ ਲੋਕ ਡਾਈਟਿੰਗ ਕਰਨ ਲੱਗ ਗਏ, ਆਪਾਂ ਉਸ ਪਾਸੇ ਨਾ ਚਲੀਏ। ਔਰ ਜਿਹੜੀ ਨੀਤੀ ਆਯੋਗ ਦੀ ਰਿਪੋਰਟ ਹੈ ਜਿਹੜੀ ਮੈਂ ਦੇਖੀ ਹੈ 2018 ਦੀ ਔਰ 19 ਦੀ ਜੀ, ਉਹ ਮੈਂ ਉਹਦੇ ਨਾਲ ਸਹਿਮਤ ਹਾਂ। ਉਹਦੇ ਕਈ ਕਾਰਨ ਹੈ ਜੀ। ਜਿਹੜੀ ਮਨਰੇਗਾ ਦੇ ਬਾਰੇ ਹੈ, ਪਿਛਲੀ ਵਾਰ ਵੀ 3000 ਕਰੋੜ ਰੁਪਏ ਵਾਪਸ ਚਲਾ ਗਿਆ ਜੀ। ਇਹ ਤਾਂ ਇਹਨਾਂ ਨੂੰ ਚਾਹੀਦਾ ਹੈ ਵੀ ਜਿਹੜੇ ਸਾਡੀ ਗ੍ਰਾਮ ਪੰਚਾਇਤਾਂ ਹੈ, ਆਪਣੀਆਂ ਸਾਰੀਆਂ ਪਾਵਰਸ ਉਹਨਾਂ ਨੂੰ ਡੈਲੀਗੇਟ ਕਰ ਦੇਣੀ ਚਾਹੀਦੀਆਂ, ਉਹ ਆਪਣੇ ਕੰਮ ਆਪ ਕਰਾਉਣ। ਇੱਕ ਤਾਂ ਕਰਪਸ਼ਨ ਘਟੇਗੀ ਜੀ, ਔਰ ਦੂਸਰੇ ਇੰਡਸਟਰੀ ਕਈ ਵਾਰੀ ਕਹਿ ਚੁੱਕੀ, ਬਲਕਿ ਕਈ ਸਾਲਾਂ ਦੀ ਕਹਿੰਦੀ ਆ ਰਹੀ ਹੈ ਵੀ ਜਿਹੜੀ ਸਾਡੀ ਲੇਬਰ ਹੈ ਉਹ ਮਨਰੇਗਾ ਨਾਲ ਲਿੰਕ ਕਰੋ ਥਰੂ ਇੰਡਸਟਰੀ, ਤਾਂ ਕਿ ਅਸੀਂ ਕੰਮ ਦੇਣ ਨੂੰ ਤਿਆਰ ਹੈਗੇ ਹਾਂ ਔਰ ਗਵਰਨਮੈਂਟ ਪੈਸੇ ਦੇ ਰਹੀ ਹੈ, ਇੰਡਸਟਰੀ ਨੂੰ ਵੀ ਫਾਇਦਾ ਹੋਏਗਾ ਔਰ ਜਿਹੜਾ ਗਰੀਬ ਬੰਦਾ ਉਹਨੂੰ ਵੀ ਫਾਇਦਾ ਹੋਏਗਾ, ਕਰਪਸ਼ਨ ਵੀ ਘਟੇਗੀ ਔਰ ਜਿਹੜੇ ਐਕਚੁਅਲ ਕੰਮ ਕਰਨ ਵਾਲੇ ਬੰਦੇ ਹੈ ਉਹਨਾਂ ਨੂੰ ਪੈਸਾ ਜਾਏਗਾ। ਅੱਛਾ ਅਗਰਵਾਲ ਸਾਹਿਬ, ਤੁਸੀਂ ਇਹ ਸਾਰੀ ਰਿਪੋਰਟ ਪੜ੍ਹੀ ਹੈ, ਮੈਂ ਇੱਕ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਸਿਰਫ ਤੁਹਾਨੂੰ ਕਾਰਨ ਮਨਰੇਗਾ ਨਜ਼ਰ ਆ ਰਿਹਾ ਭੁੱਖਮਰੀ ਜਾਂ ਗਰੀਬੀ ਦੇ ਵਧਣ ਦਾ, ਜਾਂ ਕੁਝ ਹੋਰ ਵੀ ਤੁਹਾਨੂੰ ਇਸ ਰਿਪੋਰਟ ਦੇ ਵਿੱਚੋਂ ਨਜ਼ਰ ਆਉਂਦਾ? ਮੈਂ ਤੁਹਾਨੂੰ ਦੱਸਦਾ ਜੀ, ਇੱਕ ਸਭ ਤੋਂ ਵੱਡਾ ਕਾਰਨ ਸਾਡੇ ਪੰਜਾਬ ਦੇ ਵਿੱਚ ਸਾਡੀ ਇੰਡਸਟਰੀ ਦਾ ਪਿੱਛੇ ਹਟਣਾ, ਕਿਉਂਕਿ ਗਵਰਨਮੈਂਟ ਨੇ ਜੋ ਅਨਾਉਂਸ ਕਰਦੀ ਹੈ ਪੰਜਾਬ ਦੇ ਵਿੱਚ, ਜਿੱਦਾਂ ਬਿਜਲੀ 5 ਰੁਪਏ ਯੂਨਿਟ ਦੇਵਾਂਗੇ ਜੀ, ਲੇਕਿਨ ਹਿਡਨ ਚਾਰਜ ਲਗਾ ਕੇ 10-11 ਰੁਪਏ ਤੱਕ ਯੂਨਿਟ ਚਲੀ ਜਾਂਦਾ ਹੈ। ਉਹ ਵੀ ਇੰਡਸਟਰੀ ਕਿਉਂਕਿ ਕੰਪੀਟ ਨਹੀਂ ਕਰ ਸਕੇਗੀ ਇਨ ਅਕੋਰਡੈਂਸ ਵਿਦ ਅਦਰ ਸਟੇਟਸ, ਤਾਂ ਉਹਦਾ ਵੀ ਇੱਕ ਕਾਰਨ ਇਹ ਹੈ ਜੀ। ਨੰਬਰ 2, ਇਹਨਾਂ ਨੇ ਇੱਕ ਪ੍ਰੋਫੈਸ਼ਨਲ ਟੈਕਸ ਜਿਹਨੂੰ ਕਹਿੰਦੇ ਸੀ ਸਟੇਟ ਡਿਵੈਲਪਮੈਂਟ ਟੈਕਸ, ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਲਗਾਇਆ, ਪਿਛਲੇ ਸਾਲ ਲਗਾਇਆ ਮਨਪ੍ਰੀਤ ਬਾਦਲ ਜੀ ਨੇ 2400 ਰੁਪਈਆ ਸਾਲ, ਜਿਹੜੇ ਟੈਕਸ ਪੇਅਰ ਹੈ ਜੀ। ਇਨਕਮ ਟੈਕਸ ਨੈਚੁਰਲੀ ਗੱਲ ਹੈ, ਹਰ ਇੱਕ ਆਦਮੀ ਸੋਚੇਗਾ ਕਿਸੇ ਦੇ ਘਰ ਦੇ ਵਿੱਚ ਅਗਰ 6 ਟੈਕਸ ਪੇਅਰ ਹੈ ਤਾਂ ਉਹਨੂੰ ਐਡੀਸ਼ਨਲ 15000 ਰੁਪਏ ਦਾ ਵੈਸੇ ਲੱਗ ਗਿਆ। ਉਹਦੀ ਸੋਚ ਇਹੀ ਹੋਏਗੀ ਵੀ ਮੈਂ ਆਪਣੀ ਇਨਕਮ ਜਿਹੜੀ ਹੈ ਦਿਖਾਣੀ ਕਿਉਂ ਹੈ, ਅਗਰ ਮੈਨੂੰ ਇੱਥੇ ਹੀ ਇੰਨੇ ਸਪੈਂਡ ਕਰਨੇ ਪੈ ਗਏ, ਮੈਨੂੰ ਬਚਦੇ 25000 ਹੈ, 15000 ਰੁਪਈਆ ਮੈਂ ਟੈਕਸ ਐਡੀਸ਼ਨਲ ਗਵਰਨਮੈਂਟ ਨੂੰ ਦੇ ਦੇਣਾ, ਉਹਦਾ ਬੈਨੀਫਿਟ ਹੈ ਨਹੀਂ।
ਉਹ ਇਸ ਕਾਰਨ ਵੀ ਜਿਹੜਾ ਹੈ ਨਾ ਉਹ ਇੰਡਸਟਰੀ ਨਾ ਵਧਣ ਦਾ ਕਾਰਨ ਹੈ। ਤੀਸਰਾ ਜਿਹੜੀ ਗੱਲ ਹੈਗੀ ਕਾਰਪੋਰੇਸ਼ਨਸ ਦੀ, ਜਿਹਦਾ ਸਮਾਰਟ ਸਿਟੀਜ਼ ਦਾ ਹੈ ਜੀ, ਸੈਂਟਰ ਦੀਆਂ ਬਹੁਤ ਜ਼ਿਆਦਾ ਯੋਜਨਾ ਹੈਗੀਆਂ, ਇਹਨਾਂ ਨੂੰ ਪੋਲੀਟੀਕਲੀ ਛੱਡ ਕੇ ਨਾ ਜੀ ਉਸ ਗਵਰਨਮੈਂਟ ਦਾ ਜੋ ਸੈਂਟਰ ਪਾਸ ਆਨ ਕਰਦਾ ਉਹ ਅਡਾਪਟ ਕਰ ਲੈਣਾ ਚਾਹੀਦਾ। ਇਹ ਪਾਰਟ ਆਫ ਦਿਸ ਵੀ ਉਹ ਬੀਜੇਪੀ ਸਰਕਾਰ ਹੈ, ਅਸੀਂ ਕਾਂਗਰਸ ਸਰਕਾਰ ਹੈ, ਵਿਚਾਰ ਆਪਣੇ ਹੋ ਸਕਦੇ ਹੈ ਜੀ, ਵਿਚਾਰਾਂ ਦੀ ਲੜਾਈ ਹੋ ਸਕਦੀ ਹੈ, ਲੇਕਿਨ ਲੋਕਾਂ ਦੀ ਭਲਾਈ ਵਾਸਤੇ, ਰਾਦਰ ਸੂਬੇ ਦੀ, ਮੇਰੇ ਸੂਬੇ ਦੀ ਭਲਾਈ ਵਾਸਤੇ ਇਹਨਾਂ ਨੂੰ ਜਿੰਨੇ ਵੀ ਯੋਜਨਾ ਹੈ, ਜਿੱਦਾਂ ਹੈਲਥ ਇੰਸ਼ੋਰੈਂਸ ਵਾਲੀ ਹੈ, ਸੈਂਟਰ ਗਵਰਨਮੈਂਟ ਨੇ ਕਿਹਾ ਸੀ 5 ਲੱਖ ਰੁਪਈਆ ਹਰ ਇੱਕ ਬੰਦੇ ਨੂੰ ਹੈਲਥ ਇੰਸ਼ੋਰੈਂਸ ਦਿਓ, ਉਹਦੇ ਵਿੱਚੋਂ 50% ਸੈਂਟਰ ਬੀਅਰ ਕਰੇਗਾ ਔਰ 50% ਸਟੇਟ ਬੀਅਰ ਕਰੇਗੀ ਜੀ। ਸਾਡੇ ਕੈਪਟਨ ਸਾਹਿਬ ਨੇ ਕਿਹਾ ਨਹੀਂ ਜੀ ਅਸੀਂ ਆਪਣੀ ਹੀ ਚਲਾਵਾਂਗੇ, ਸੈਂਟਰ ਦੀ ਅਸੀਂ ਅਡਾਪਟ ਨਹੀਂ ਕਰਨਗੇ। ਨੁਕਸਾਨ ਕਿਹਦਾ ਹੋਇਆ? ਮੇਰੇ ਸੂਬੇ ਨੂੰ ਹੋਇਆ, ਸਟੇਟ ਦਾ। ਬਿਲਕੁਲ, ਜਿਹੜਾ 50% ਸੈਂਟਰ ਤੋਂ ਆਣਾ ਸੀ ਉਹ ਗਿਆ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਇਹ ਅਕਸਰ ਹੀ ਦੇਖਣ ਦੇ ਵਿੱਚ ਆਇਆ ਕਿ ਬੜੀਆਂ ਸੈਂਟਰ ਫੰਡਡ ਸਕੀਮ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਦਮ ਤੋੜ ਜਾਂਦੀਆਂ ਨੇ ਸੂਬਿਆਂ ਦੇ ਵਿੱਚ ਆ ਕੇ। ਮਨਰੇਗਾ ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ। ਇਸ ਤੋਂ ਇਲਾਵਾ ਵੀ ਅਸੀਂ ਪਹਿਲਾਂ ਬੜਾ ਰੌਲਾ ਪਿਆ ਕਿ ਐਸੀ ਸਕਾਲਰਸ਼ਿਪ ਦੇ ਜਿਹੜੇ ਹਾਲ ਹੋਏ ਨੇ, ਬੱਚਿਆਂ ਦੀ ਐਡਮਿਸ਼ਨਾਂ ਤੱਕ ਹੋ ਗਈਆਂ, ਉਹਨਾਂ ਨੂੰ ਐਗਜ਼ਾਮ ਨਹੀਂ ਦਿੱਤੇ ਜਾ ਰਹੇ ਕਿਉਂਕਿ ਪੈਸਾ ਆਇਆ ਨਹੀਂ। ਸੈਂਟਰ ਕਹਿੰਦੀ ਹੈ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜਾ ਪੈਸਾ ਤੁਹਾਨੂੰ ਆਲਰੇਡੀ ਦਿੱਤਾ ਹੋਇਆ ਉਹਦੀ ਯੂਜ਼ੇਜ ਕਿੱਥੇ ਹੋਈ ਹੈ, ਉਹਦਾ ਸਾਨੂੰ ਲਿਖਤੀ ਪ੍ਰਮਾਣ ਦਿਓ, ਅਸੀਂ ਤੁਹਾਨੂੰ ਅੱਗੋਂ ਭੇਜੀਏ। ਇਹ ਅਕਸਰ ਹੀ ਆਇਆ ਕਿ ਜਿੰਨੇ ਪੈਸੇ ਜਿਸ ਚੀਜ਼ ਲਈ ਆਉਂਦੇ ਨੇ ਸਟੇਟ ਉਹਨਾਂ ਚੀਜ਼ਾਂ 'ਚ ਲਾਉਂਦਾ ਨਹੀਂ, ਉਹਨਾਂ ਤੋਂ ਇਲਾਵਾ ਕਿਧਰੇ ਹੋਰ ਲਾ ਦਿੱਤਾ ਜਾਂਦਾ ਤਾਂ ਜਾ ਕੇ ਸਕੀਮਾਂ ਦਮ ਤੋੜ ਜਾਂਦੀਆਂ ਨੇ, ਜਿਸ ਕਰਕੇ ਇੰਡੈਕਸ ਦੇ ਵਿੱਚ ਹੇਰ-ਫੇਰ ਹੁੰਦੀ ਹੈ। ਨਹੀਂ, ਮੈਂ ਪਹਿਲਾਂ ਤਾਂ ਜਿਹੜੇ ਉਹ ਐਕਸਪਰਟ ਸਾਹਿਬ ਕਹਿ ਰਹੇ ਨੇ ਉਹ ਇੱਕ ਉਹ ਗਲਤ ਬਿਆਨੀ ਕਹਿ ਰਿਹਾ ਹੈਲਥ ਇੰਸ਼ੋਰੈਂਸ ਦੇ ਉੱਤੇ। ਮੈਂ ਉਹਦਾ ਜਵਾਬ ਦੇਣਾ ਜ਼ਰੂਰ ਮੁਨਾਸਬ ਸਮਝੂੰਗਾ ਜੀ। ਦੇਖੋ, ਜਿਹੜੀ ਹੈਲਥ ਇੰਸ਼ੋਰੈਂਸ ਹੈ 5 ਲੱਖ ਰੁਪਏ ਵਾਲੀ, ਉਹ ਪੰਜਾਬ ਸਰਕਾਰ ਨੇ ਅਡਾਪਟ ਕੀਤੀ, ਪਰ ਉਹਦੇ ਵਿੱਚ ਪੰਜਾਬ ਸਰਕਾਰ ਨੇ ਉਦੋਂ ਇੱਕ ਸਟੈਪ ਕੀ 10 ਸਟੈਪ ਅੱਗੇ ਗਈ। ਉਹ 12 ਲੱਖ ਪਰਿਵਾਰ ਉਹਨਾਂ ਦੇ ਮੁਤਾਬਕ ਕਵਰ ਹੁੰਦੇ ਸੀ ਤੇ ਪੰਜਾਬ ਸਰਕਾਰ ਨੇ ਆਪਦੇ 63 ਲੱਖ ਪਰਿਵਾਰਾਂ ਦੇ ਵਿੱਚੋਂ 43 ਲੱਖ ਪਰਿਵਾਰ ਉਹਦੇ ਵਿੱਚ ਕਵਰ ਕੀਤੇ ਆ। ਔਰ 43 ਲੱਖ ਤੋਂ ਬਾਅਦ ਮੈਂ ਤੁਹਾਨੂੰ ਅਗਲੀ ਗੱਲ ਦੱਸਦਾ ਵੀ 8.5 ਲੱਖ ਪਰਿਵਾਰ ਹੋਰ ਕਵਰ ਹੋ ਜਾਂਦੇ ਨੇ ਜਿਹੜੇ ਕਿ ਪੈਨਸ਼ਨਰ ਨੇ ਤੇ EMPLOYE ਨੇ। ਉਹ 51 ਲੱਖ, ਅਸੀਂ 63 ਲੱਖ ਪਰਿਵਾਰਾਂ ਚੋਂ 51 ਲੱਖ ਪਰਿਵਾਰ ਅਡਾਪਟ ਕੀਤੇ ਆ। ਪਰ ਹਾਂ, ਇਹ ਗੱਲ ਜ਼ਰੂਰ ਹੈ ਵੀ ਜਿਹੜੇ ਸਾਨੂੰ ਸੈਂਟਰਲ ਦੇ ਵਿੱਚੋਂ ਜਿਹੜੇ 50% ਪੈਸੇ ਆਉਂਦੇ ਸਿਰਫ 12 ਲੱਖ ਪਰਿਵਾਰਾਂ ਦੇ ਵਿੱਚੋਂ ਹੀ ਆਉਂਦੇ ਨੇ। ਪਰ ਫਿਰ ਵੀ ਅਸੀਂ ਇੱਕ ਸਟੈਪ ਅੱਗੇ ਗਏ ਹਾਂ, ਇਸ ਕਰਕੇ ਉਹ ਇਹਨਾਂ ਨੇ ਇਹ ਗੱਲ ਉਹਨਾਂ ਦੀ ਕਹਿਣੀ ਤਰਕ ਸੰਗਤ ਨਹੀਂ। ਉਦਾਹਰਨ ਇਹ ਹੋ ਸਕਦੀ ਹੈ ਬਾਕੀ ਸਕੀਮਾਂ, ਮਨਰੇਗਾ ਸਭ ਤੋਂ ਵੱਡੀ ਉਦਾਹਰਨ ਹੈ। ਮਨਰੇਗਾ ਸਭ ਤੋਂ ਵੱਡੀ ਉਦਾਹਰਨ ਹੈ। ਨਹੀਂ, ਦੇਖੋ ਗੱਲ ਇਹ ਹੈ ਨਾ ਵੀ ਇਦਾਂ ਹੀ ਆਪਾਂ ਜਦੋਂ ਮੈਂ ਦੂਜੀਆਂ ਦੀ, ਮੈਂ ਮਨਰੇਗਾ ਦੀ ਗੱਲ ਕਰਦਾ, ਮੈਂ ਬਿਲਕੁਲ ਉਹਨਾਂ ਨੇ ਗੱਲ ਠੀਕ ਕਹੀ ਹੈ। ਪਿਛਲੀ ਸਰਕਾਰ ਦੇ ਟੈਨਿਊਰ ਦੇ ਵਿੱਚ 3000 ਕਰੋੜ ਰੁਪਇਆ ਵਾਪਸ ਚਲਾ ਗਿਆ ਸੀ। ਹੁਣ ਉਸ ਗੱਲ 'ਚ ਨਾ ਜਾਈਏ ਕਿਉਂਕਿ ਉਹ ਆਪਣੀ ਸਰਕਾਰ ਚਲਾ ਕੇ ਚਲੇ ਗਏ, ਉਹ ਆਪਣਾ, ਉਹਨਾਂ ਤੋਂ ਬਾਅਦ ਲੋਕਾਂ ਨੇ ਫਤਵਾ ਦੇਤਾ, ਗੱਲ ਮੁੱਕ ਗਈ। ਪਰ ਜਿਹੜਾ ਹੈਗਾ ਮਨਰੇਗਾ ਦੇ ਵਿੱਚ, ਮੈਂ ਬਿਲਕੁਲ ਇੱਥੇ ਬੈਠ ਕੇ ਐਡਮਿਟ ਕਰਦਾ ਵੀ ਬਹੁਤ ਸਾਰਾ ਕੰਮ ਕਰਨਾ ਬਣਦਾ ਹੈ। ਸਰਕਾਰ ਨੂੰ ਵੀ ਥੱਲੇ ਅਫਸਰਸ਼ਾਹੀ ਨੂੰ ਵੀ ਥੱਲੜੇ ਲੈਵਲ ਦੇ ਉੱਤੇ ਇਹ ਤੇ ਕੰਮ ਕਰਨਾ ਬਣਦਾ ਹੈ। ਮੈਂ ਡਾਕਟਰ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ ਵੀ ਸਾਡੇ ਕੋਲੇ 27-28 ਲੱਖ ਪਰਿਵਾਰ ਜਿਹੜਾ ਹੈਗਾ ਉਹ ਐਲੀਜੀਬਲ ਹੈਗਾ, ਜੇ ਮੈਂ ਗਲਤ ਨਾ ਹੋਵਾਂ ਤਾਂ ਮਨਰੇਗਾ ਵਾਸਤੇ, ਜਦ ਕਿ ਅਸੀਂ ਸਿਰਫ 13-14 ਲੱਖ ਪਰਿਵਾਰ ਹੀ ਹਜੇ ਉਹਨੂੰ ਕਵਰ ਕੀਤਾ ਔਰ ਉਸ ਤੋਂ ਬਾਅਦ ਅਸੀਂ ਜਾ ਨਹੀਂ ਸਕੇ। ਇਹ ਮੈਂ ਕੋ ਹੁਣ ਨਹੀਂ, ਇਹ ਪਿਛਲੇ ਸਮੇਂ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ। ਇਸ ਕਰਕੇ ਰਾਤਪੀ ਜੀ, ਇਸ ਗੱਲ ਨੂੰ ਮੈਂ ਇੱਥੇ ਚੈਨਲ ਤੇ ਬੈਠ ਕੇ ਮੈਨੂੰ ਐਡਮਿਟ ਕਰਨ ਦੇ ਵਿੱਚ ਕੋਈ ਝਿਜਕ ਨਹੀਂ, ਕੋਈ ਸ਼ਰਮ ਨਹੀਂ, ਕੋਈ ਉਹ ਨਹੀਂ ਵੀ ਇਹ ਸਾਨੂੰ ਕਰਨਾ ਚਾਹੀਦਾ। ਇਹਦੇ ਵਿੱਚ ਮਨਰੇਗਾ ਦੇ ਵਿੱਚ ਅਸੀਂ ਵੀ ਸਰਕਾਰ ਨੂੰ ਬੇਨਤੀ ਕਰਾਂਗੇ ਵੱਧ ਕੰਮ ਕਰਨਾ ਚਾਹੀਦਾ। ਔਰ ਮਨਰੇਗਾ ਸਰਦਾਰ ਮਨਮੋਹਨ ਸਿੰਘ ਇੱਕ ਸਕੀਮ ਲੈ ਕੇ ਆਏ ਸੀ, ਸਕੀਮ ਦੇ ਵਿੱਚ ਤੁਹਾਡਾ ਆਪਣਾ ਕੁਝ ਖਰਚ ਨਹੀਂ ਹੋਣਾ, ਜਿਹਦੇ ਵਿੱਚ ਅਸੀਂ ਬਾਰ-ਬਾਰ ਦੁਹਾਈ ਪਾਉਂਦੇ ਹਾਂ ਕਿ ਪੰਜਾਬ ਦਾ ਅਰਥਚਾਰਾ ਖਤਮ ਹੈ ਜੀ, ਆਰਥਿਕਤਾ ਸਾਡੀ ਵਿਗੜੀ ਹੋਈ ਹੈ, ਇਹ ਤਾਂ ਪੈਸੇ ਹੀ ਬਾਹਰੋਂ ਆਉਣਾ। ਸਰ, ਮੈਂ ਤਾਂ ਤੁਹਾਡੀ ਗੱਲ ਤੋਂ ਇੱਕ ਸਟੈਪ ਅੱਗੇ ਜਾ ਕੇ ਕਹਿਣਾ, ਮੈਂ ਜਿੱਥੇ ਕਿਤੇ ਘਾਟ ਹੈ ਔਰ ਸਾਨੂੰ ਮੰਨ ਲੈਣੀ ਚਾਹੀਦੀ ਔਰ ਇਹਦੇ ਤੇ ਸਾਨੂੰ ਕੰਮ ਕਰਨਾ ਚਾਹੀਦਾ। ਔਰ ਇਹ ਤਾਂ ਮੈਂ ਇੱਥੇ ਬੈਠ ਕੇ ਤੁਹਾਨੂੰ ਐਡਮਿਟ ਕਰ ਰਿਹਾ ਔਰ ਅਸੀਂ ਚਾਹੇ ਇਹਦੇ ਵਾਸਤੇ ਜਿਵੇਂ ਇਸ ਤਰੀਕੇ ਦੇ ਵੀ ਐਫਰਟਸ ਕਰਨੇ ਪਏ ਉਹ ਕਰਾਂਗੇ ਔਰ ਸਰਕਾਰ ਦੇ ਕੰਨਾਂ ਤੇ ਇਹ ਗੱਲ ਪਹੁੰਚਾਵਾਂਗੇ ਵੀ ਔਰ ਇਸੇ ਤੇ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ, ਚਾਹੇ ਫੀਲਡ 'ਚ ਸਾਨੂੰ ਖੁਦ ਕੰਮ ਕਰਨਾ ਪਵੇ। ਚਲੋ ਠੀਕ ਹੈ, ਜ਼ਰੂਰੀ ਹੈ। ਵਿਰੋਧੀ ਧਿਰ ਨੂੰ ਤਾਂ ਇੱਕ ਗੱਲ ਮਿਲ ਜਾਂਦੀ ਹੈ ਨਾ, ਕਿਉਂਕਿ ਇੰਡੈਕਸ ਤੱਕ ਲੋਕ ਸਾਰੀ ਗੱਲ ਮਿਲ ਜਾਂਦੀ ਹੈ। ਮੈਂ ਚੀਮਾ ਸਾਹਿਬ ਦਾ ਇੱਕ ਵਾਰ ਰਿਐਕਸ਼ਨ ਲੈ ਲਾ। ਹਾਂਜੀ ਚੀਮਾ ਸਾਹਿਬ, ਵਿਧਾਨ ਸਭਾ ਦਾ ਸੈਸ਼ਨ ਹੋਵੇ ਜਾਂ ਸੜਕਾਂ ਹੋਣ, ਵਿਰੋਧੀ ਧਿਰ ਦੀ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਦੋਂ ਵੀ ਅਜਿਹੀਆਂ ਰਿਪੋਰਟਾਂ ਆਉਂਦੀਆਂ ਨੇ ਤਾਂ ਸਰਕਾਰ ਦੇ ਕੰਨਾਂ ਤੱਕ ਗੱਲ ਜ਼ਰੂਰ ਪਹੁੰਚਾਈ ਜਾਵੇ। ਹਾਲਾਂਕਿ ਸਰਕਾਰ ਇਹ ਕਹਿੰਦੀ ਹੈ ਕਿ ਡਾਈਟਿੰਗ ਕਰ ਰਹੇ ਨੇ ਲੋਕ, ਇਸ ਕਰਕੇ ਇਹ ਆંકੜੇ ਪ੍ਰਭਾਵਿਤ ਨੇ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਬੀਇੰਗ ਵਿਰੋਧੀ ਪਾਰਟੀ, ਵਿਰੋਧੀ ਧਿਰ, ਤੁਹਾਡੀ ਵੀ ਇੱਕ ਪਾਰਟੀ ਵਿਰੋਧੀ ਧਿਰ ਹੈ, ਇਹ ਗੱਲਾਂ ਸਰਕਾਰ ਦੇ ਕੰਨਾਂ ਤੱਕ ਪਹੁੰਚਦੀਆਂ ਨੇ ਜਾਂ ਸਰਕਾਰ ਐਕਟਿਵ ਹੁੰਦੀ ਹੈ ਇਸ ਤੋਂ ਬਾਅਦ? ਨਹੀਂ, ਦੇਖੋ ਗੱਲ ਇਹ ਹੈ ਕਿ ਡੈਫੀਨੇਟਲੀ ਸਰਕਾਰ ਨੂੰ ਕੁਐਸਚਨ ਤਾਂ ਕੀਤਾ ਜਾਏਗਾ ਔਰ ਜਿੱਥੇ ਲੋੜ ਹੋਏਗੀ ਉਹਨੂੰ ਜਗਾਇਆ ਵੀ ਜਾਏਗਾ। ਪਰ ਹਾਲੇ ਤਾਂ ਇਹ ਰਿਪੋਰਟ ਜਿਹੜੀ ਹੈ ਬਿਲਕੁਲ ਤਾਜ਼ੀ 2019 ਦੀ ਹੋਈ ਹੈ ਜੀ। ਇਹਦੀ ਪ੍ਰੋਪਰ ਸਟੱਡੀ ਤੇ ਐਨਾਲਿਸਿਸ ਦੀ ਲੋੜ ਹੈ।
ਬਾਕੀ ਇੱਕ ਹੈਲਥ ਇੰਸ਼ੋਰੈਂਸ ਦੀ ਗੱਲ ਹੋ ਰਹੀ ਸੀਗੀ ਜੀ ਤੇ ਮੈਂ ਸੁਣ ਲਿਆ ਸੀ ਧਿਆਨ ਦੇ ਨਾਲ। ਉਹਦੇ 'ਚ ਇਹ ਠੀਕ ਹੈ ਕਿ ਤੁਸੀਂ ਹੈਲਥ ਇੰਸ਼ੋਰੈਂਸ ਸਟੇਟ ਦੇ ਵਿੱਚ ਲਾਗੂ ਕਰ ਦਿੱਤੀ, ਲੇਕਿਨ ਜਿਹੜਾ ਬੇਸਿਕ ਬੜਾ ਵੱਡਾ ਲੈਕੂਨਾ ਜਿਹੜਾ ਪੰਜਾਬ ਗਵਰਨਮੈਂਟ ਨੇ ਉਹਦੇ ਵਿੱਚ ਛੱਡਿਆ ਕਿ 124 ਜਿਹੜੇ ਪੈਕੇਜ ਨੇ ਜਿਹੜੇ ਕਿ ਬੜੀਆਂ ਇੰਪੋਰਟੈਂਟ ਸਰਵਿਸਿਜ਼ ਹੈ ਉਹਨਾਂ ਨੂੰ ਸੀਮਿਤ ਕਰ ਲਿਆ ਗਵਰਨਮੈਂਟ ਤੱਕ, ਗਵਰਨਮੈਂਟ ਹਸਪੀਟਲ ਤੱਕ, ਕਿ ਉਹਨਾਂ ਸਾਰੀਆਂ ਚੀਜ਼ਾਂ ਵਾਸਤੇ ਜਿਹੜਾ ਹੈਗਾ ਪਹਿਲਾਂ ਜਿਹੜਾ ਪੇਸ਼ੈਂਟ ਨੂੰ ਗਵਰਨਮੈਂਟ ਹਸਪੀਟਲ ਜਾਣਾ ਪਏਗਾ। ਜੇ ਗਵਰਨਮੈਂਟ ਹਸਪੀਟਲ ਜਿਹੜਾ ਲਿਖ ਕੇ ਦੇਗਾ ਕਿ ਇਹਦੀ ਟ੍ਰੀਟਮੈਂਟ ਇੱਥੇ ਅਵੇਲੇਬਲ ਨਹੀਂ ਹੈ ਤੇ ਫਿਰ ਉਹ ਜਾ ਕੇ ਤੇ ਉਹ ਪੈਕੇਜ ਜਿਹੜਾ ਪ੍ਰਾਈਵੇਟ ਹਸਪੀਟਲ ਤੋਂ ਲੈ ਸਕਦਾ ਹੈ, ਜਿਹੜਾ ਕਿ ਮੈਂ ਸਮਝਦਾ ਕਿ ਇਸ ਸਕੀਮ ਦੀ ਅਸਫਲ ਹੋਣ ਵਾਸਤੇ ਇਕੱਲਾ ਹੀ ਜਿਹੜਾ ਇਹ ਪੁਆਇੰਟ ਹੈ ਇਹ ਕਾਫੀ ਹੈ। ਕਿਉਂਕਿ ਜੋ ਸਾਡੇ ਹੈਲਥ ਸੈਂਟਰ ਦੀ ਹਾਲਤ ਹੈ, ਨਾ ਤਾਂ ਉਹ ਲਿਖ ਕੇ ਦੇ ਸਕਦੇ ਆ ਕਿ ਸਾਡੇ ਕੋਲ ਇਹਦਾ ਇਲਾਜ ਨਹੀਂ, ਲੇਕਿਨ ਜੋ ਉੱਥੇ ਕੰਡੀਸ਼ਨਸ ਹੈ, ਡਾਕਟਰ ਪੈਰੇਲਾਲ ਗਰਗ ਸਾਹਿਬ ਬੈਠੇ ਆ, ਉਹ ਮੇਰੇ ਨਾਲੋਂ ਬੈਟਰ ਐਨਾਲਿਸਿਸ ਪੰਜਾਬ ਦੇ ਹੈਲਥ ਸਿਸਟਮ ਦੀ ਕਰ ਸਕਦੇ ਆ ਜੀ ਕਿ ਕੀ ਜਿਹੜਾ ਹੈਗਾ ਅੱਜ ਜਿਹੜੇ ਹੈਗੇ ਚੰਗੇ ਭਲੇ ਬੰਦੇ ਜਿਹੜੇ ਇਸ ਸਕੀਮ ਦੇ ਵਿੱਚ ਕਵਰ ਹੁੰਦੇ ਆ, ਕੀ ਉਹ ਇਹਨਾਂ ਜਿਹੜੀ ਆ ਇਹ ਅਫੋਰਡ ਕਰਦੇ ਆ ਜਾਂ ਆਪਣੇ ਮਨ ਦੇ ਵਿੱਚ ਇੱਛਾ ਰੱਖਦੇ ਆ ਕਿ ਉਹ ਸਿਵਲ ਹਸਪੀਟਲ ਦੇ ਵਿੱਚ ਜਿਸ ਤਰ੍ਹਾਂ ਦੇ ਆਪਰੇਸ਼ਨ ਜਿਹੜੇ ਗਵਰਨਮੈਂਟ ਵਾਸਤੇ ਰਿਜ਼ਰਵ ਕੀਤੇ ਗਏ ਪੈਕੇਜ, ਕਿ ਉੱਥੇ ਕਰੋੜ ਨੂੰ ਸਰਜਰੀ ਕੋਈ ਵੀ ਤਿਆਰ ਹੈ, ਕਿ ਉੱਥੇ ਵਰਕਿੰਗ ਕੰਡੀਸ਼ਨ ਸਾਰੀਆਂ ਜਿਸ ਤਰ੍ਹਾਂ ਦੀਆਂ ਚਾਹੀਦੀਆਂ, ਹਾਈਜੀਨਿਕ ਕੰਡੀਸ਼ਨ, ਸਟਰਲਾਈਜੇਸ਼ਨ ਕੰਡੀਸ਼ਨ, ਸਟਾਫ ਦੀ ਰਿਕੁਆਇਰਮੈਂਟ, ਕੀ ਇਹ ਚੀਜ਼ਾਂ ਉਹਨਾਂ ਸਾਰੀਆਂ ਚੀਜ਼ਾਂ ਵਾਸਤੇ ਉੱਥੇ ਹੈ। ਇੱਕ ਹੈਲਦੀ ਕੰਪੀਟੀਸ਼ਨ ਕ੍ਰੀਏਟ ਕਰਨਾ ਸੀ ਗਵਰਨਮੈਂਟ ਸੈਕਟਰ ਦੇ ਵਾਸਤੇ ਵੀ ਤੇ ਪ੍ਰਾਈਵੇਟ ਸੈਕਟਰ ਦੇ ਵਾਸਤੇ ਵੀ ਇਹਨਾਂ ਨੇ ਇੰਸ਼ੋਰੈਂਸ ਸਕੀਮ ਦੇ ਵਿੱਚ। ਜੀ ਹੁਣ 124 ਪੈਕੇਜ ਤੁਸੀਂ ਆਪਣੇ ਕੋਲ ਰੱਖ ਕੇ ਤੇ ਬੜੀ ਸੀਮਤ ਚੋਇਸ ਹੈ ਲੋਕਾਂ ਕੋਲ ਕਿ ਜਿਹਦੇ ਵਾਸਤੇ ਉਹ ਆਪਣੀ ਮਨਮਰਜ਼ੀ ਦੇ ਹਸਪਤਾਲ ਦੇ ਵਿੱਚ ਇਲਾਜ ਜਿਹੜਾ ਉਹ ਜਾ ਕੇ ਕਰਾ ਸਕਣਗੇ। ਇਹਦੇ ਬਾਰੇ ਇਹ ਕਿਉਂ ਕੀਤਾ ਗਿਆ, ਇਹਦੇ ਬਾਰੇ ਵੀ ਸਟੇਟ ਗਵਰਨਮੈਂਟ ਨੂੰ ਰੋਸ਼ਨੀ ਪਾਉਣੀ ਚਾਹੀਦੀ ਹੈ। ਠੀਕ ਹੈ, ਇਹਦੇ ਵਿੱਚ ਕੁਝ ਅਗਰਵਾਲ ਸਾਹਿਬ ਐਡ ਕਰ ਰਹੇ ਨੇ। ਹਾਂਜੀ ਅਗਰਵਾਲ ਸਾਹਿਬ ਦੱਸੋ ਜੀ। ਦਿੱਤੀ ਹੈਲਥ ਇੰਸ਼ੋਰੈਂਸ ਵਾਲੀ ਗੱਲ ਕਰ ਰਿਹਾ, ਮੈਂ ਜਿੰਨੇ ਸਿਵਲ ਹਸਪੀਟਲਸ ਹੈ ਬਹੁਤ ਵਿਜ਼ਿਟ ਕੀਤੇ ਹੈ, ਲੁਧਿਆਣੇ ਦਾ, ਜਲੰਧਰ ਦਾ, ਇੰਨੀ ਵਧੀਆ ਮਸ਼ੀਨਰੀ ਉੱਥੇ ਪਈ ਹੈ, ਉਹ ਲੇਕਿਨ ਪਈ ਜੰਗ ਖਾ ਰਹੀ ਹੈ। ਜੇ ਉਹ ਪ੍ਰੋਪਰ ਯੂਜ਼ ਕੀਤੀ ਜਾਵੇ, ਜਿਹੜੇ ਡਾਕਟਰ ਬਕਾਇਦਾ ਉੱਥੇ ਹਾਜ਼ਰ ਰਹਿਣ, ਤਾਂ ਉਹ ਗਰੀਬਾਂ ਨੂੰ ਕਿੰਨਾ ਜ਼ਿਆਦਾ ਫਾਇਦਾ ਹੋਵੇ। ਮੇਰਾ ਕਹਿਣ ਦਾ ਮਤਲਬ ਇਹੀ ਸੀਗਾ ਵੀ ਨੋ ਡਾਊਟ ਮੈਂ ਪੋਲੀਟੀਕਲ ਗੱਲ ਨਹੀਂ ਕੋਈ ਕਰਦਾ ਜੀ, ਲੇਕਿਨ ਇਹ ਕਹਿਣਾ ਚਾਹੁੰਦਾ ਹੈ ਵੀ ਜਿਹੜੀ ਸੈਂਟਰ ਦੀਆਂ ਸਕੀਮਾਂ ਹੈ ਉਹਨਾਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ, ਵੀ ਸਾਡੇ ਸੂਬੇ ਨੂੰ ਪੈਸਾ ਆਂਦਾ ਹੋਵੇ, ਲੋਕਾਂ ਨੂੰ ਫੈਸਿਲਿਟੀ ਮਿਲਦੀ ਹੋਵੇ, ਲੋਕ ਖੁਸ਼ ਹੋਣਗੇ। ਉਲਟਾ ਬਲਕਿ ਪੋਲੀਟੀਕਲ ਹੋਣ ਕਾਰਨ ਇਹਨਾਂ ਨੂੰ ਇਹ ਚਾਹੀਦਾ ਸਾਡਾ ਵੋਟ ਬੈਂਕ ਵੱਧਦਾ, ਬੈਨੀਫਿਟ ਮਿਲਦਾ, ਪੈਸਾ ਸੈਂਟਰ ਤੋਂ ਆਣਾ, ਤੁਹਾਡਾ ਆਪਣਾ ਵੋਟ ਬੈਂਕ ਵਧਾਓ। ਠੀਕ ਹੈ ਆ ਗਈ ਗੱਲ। ਮੈਂ ਇੱਕ ਮਿੰਟ ਸਤਵੀਰ ਵਾਲੀ ਜੀ ਇੱਕ ਸਵਾਲ ਜਿਹੜਾ ਅੱਜ ਮੈਂ ਫੇਸਬੁੱਕ ਤੇ ਵੀ ਬੜਾ ਦੇਖਿਆ, ਇੱਕ ਮਿੰਟ ਆਇਆ ਮੈਂ, ਜਦੋਂ ਵਾਰ-ਵਾਰ ਅਸੀਂ ਇਹ ਕਹਿੰਦੇ ਕਿ ਸਾਡੇ ਪੰਜਾਬ ਦਾ ਯੂਥ ਹੈ ਜਿਹੜਾ ਬਾਹਰ ਜਾ ਰਿਹਾ, ਉਹਨੂੰ ਇੱਥੇ ਟਿਕਾ ਕੇ ਰੱਖਣਾ ਚਾਹੀਦਾ, ਉਹਨੂੰ ਬੰਨ੍ਹ ਕੇ ਰੱਖਣਾ ਚਾਹੀਦਾ, ਪਰ ਤੁਹਾਨੂੰ ਨਹੀਂ ਲੱਗਦਾ ਇਹ ਰਿਪੋਰਟਾਂ ਨੇ ਜਿਹੜੀਆਂ ਇਹ ਇੱਕ ਜ਼ਰੀਆ ਬਣ ਜਾਂਦੀਆਂ ਨੇ, ਜਦੋਂ ਅੱਜ ਉਹ ਲੋਕ ਕਹਿਣਗੇ ਕਿ ਆਹ ਵੇਖੋ ਜੀ ਪੰਜਾਬ 'ਚ ਤਾਂ ਭੁੱਖਮਰੀ ਵੱਧ ਰਹੀ ਹੈ, ਪੰਜਾਬ ਦੇ ਵਿੱਚ ਤਾਂ ਗਰੀਬੀ ਵੱਧ ਰਹੀ ਹੈ, ਤੁਸੀਂ ਸਾਨੂੰ ਕਹਿੰਦੇ ਕਿ ਪੰਜਾਬ ਰਹੋ, ਇਸ ਲਈ ਅਸੀਂ ਕੈਨੇਡਾ ਤੇ ਅਮਰੀਕਾ ਭੱਜਦੇ ਹਾਂ। ਦੇਖੋ ਹਰਪ੍ਰੀਤ, ਤੁਹਾਡੀ ਗੱਲ ਬਿਲਕੁਲ ਜਾਇਜ਼ ਗੱਲ ਹੈ ਇਹ, ਕਿਉਂਕਿ ਦੇਖੋ ਪੰਜਾਬ ਦਾ ਯੂਥ ਕਿਵੇਂ ਟਿਕੇਗਾ ਜਦ ਉਹਨਾਂ ਨੂੰ ਇੱਕ ਹੈਲਦੀ এনवायरमेंट ਮਿਲੇਗਾ, ਇੰਪਲੋਇਮੈਂਟ ਮਿਲੇਗੀ, ਪ੍ਰੋਪਰ ਇੱਕ ਜੌਬ ਸਿਕਿਉਰਿਟੀ ਹੋਏਗੀ ਉਹਨਾਂ ਨੂੰ, ਤਾਂ ਹੀ ਟਿਕੇਗਾ। ਉਹ ਅਰਨਿੰਗ ਪਾਵਰ ਅਸੀਂ ਉਹਨਾਂ ਨੂੰ ਦਵਾਂਗੇ ਤਾਂ ਹੀ ਟਿਕੇਗਾ, ਤੇ ਕੋਈ ਵੱਡੀ ਇੰਡਸਟਰੀ ਆਏਗੀ ਉਹ ਤਾਂ ਹੋਏਗਾ। ਹੁਣ ਤੁਸੀਂ ਦੇਖ ਲਓ ਆਈਲੈਟਸ ਤੇ ਤੁਸੀਂ ਚੱਕ ਕੇ ਦੇਖ ਲਓ, ਹਰ ਮਹੀਨੇ ਦਾ ਡਾਟਾ ਜਿਹੜਾ ਹੈਗਾ ਕਰੋੜਸ ਆਫ ਰੁਪੀਜ਼ 'ਚ, ਲੱਖਾਂ 'ਚ ਨਹੀਂ ਮੈਂ ਕਹਿ ਰਿਹਾ, ਕਰੋੜਾਂ ਰੁਪਏ 'ਚ ਆਈਲੈਟਸ ਦੇ ਥਰੂ ਪੈਸਾ ਜਿਹੜਾ ਸਿਰਫ ਹਜੇ ਬਾਹਰ ਜਾਣ ਦੀ ਬੜੀ ਦੂਰ ਦੀ ਗੱਲ ਹੈ, ਆਈਲੈਟਸ ਟੈਸਟ ਦੇ ਥਰੂ ਹੀ ਪੈਸਾ ਜਿਹੜਾ ਬਾਹਰ ਜਾ ਰਿਹਾ ਸਾਡਾ। ਤਾਂ ਯੂਥ ਨੂੰ ਇੱਕ ਸਰਟੀਫਾਈਡ ਕਰਨ ਵਾਸਤੇ, ਸਾਡੀ ਪੰਜਾਬ ਦੀ ਜਨਤਾ ਨੂੰ ਸਰਟੀਫਾਈਡ ਕਰਨ ਵਾਸਤੇ ਗਵਰਨਮੈਂਟ ਨੂੰ ਨੋ ਡਾਊਟ ਸਟੈਪ ਚੱਕਣੇ ਪੈਣਗੇ। 3 ਸਾਲ ਹੋ ਗਏ ਹਲੇ, ਸਰਕਾਰ ਹਲੇ ਵੀ ਇਹ ਕਹਿ ਰਹੀ ਹੈ ਕਿ ਅਸੀਂ ਜੀ ਕੰਮ ਕਰਾਂਗੇ, ਅਸੀਂ ਕਰ ਰਹੇ ਹਾਂ ਜੀ, ਹਜੇ ਸਾਨੂੰ ਪੁਰਾਣੀ ਗਵਰਨਮੈਂਟ ਦਾ ਜਿਹੜਾ ਸੀਗਾ ਉਹ ਨੁਕਸਾਨ ਭੁਗਤਣਾ ਪੈ ਰਿਹਾ ਹੈ। ਇਹ ਕਦੋਂ ਤੱਕ ਆਪਾਂ ਰੋਈ ਜਾਵਾਂਗੇ? ਸਾਨੂੰ ਆਪ ਵੀ ਤਾਂ ਕੁਝ ਕਰਨਾ ਹੀ ਪਏਗਾ, ਸਿਰਫ 2 ਸਾਲ ਰਹਿ ਗਏ। ਦੂਜੀ ਗੱਲ, ਮੈਂ ਇੱਕ ਹੋਰ ਜਿਹੜੀ ਅਗਰਵਾਲ ਸਾਹਿਬ ਨੇ ਗੱਲ ਬੜੀ ਵਧੀਆ ਗੱਲ ਕੀਤੀ ਕਿ ਗ੍ਰਾਮ ਪੰਚਾਇਤਾਂ ਨੂੰ ਸਾਨੂੰ ਮਨਰੇਗਾ ਵਾਸਤੇ ਫੁੱਲੀ ਪਾਵਰ ਦੇ ਦੇਣੀ ਚਾਹੀਦੀਆਂ, ਉਹਨਾਂ ਨੂੰ ਬਿਲਕੁਲ ਕਲੀਅਰ ਕਰ ਦੇਣਾ ਚਾਹੀਦਾ ਵੀ ਗ੍ਰਾਮ ਪੰਚਾਇਤ ਸਾਰਾ ਕੁਝ ਕਰੇਗੀ। ਮੈਂ ਅਗਰਵਾਲ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਪਿੱਛੇ ਸ਼ਾਮ ਲਾਟਾਂ ਦੀ ਜ਼ਮੀਨਾਂ ਨੂੰ ਇੰਡਸਟਰੀਜ਼ ਨੂੰ ਦੇਣ ਵਾਸਤੇ, ਇੰਡਸਟਰੀ ਜਿਹੜੇ ਲਾਣੀ ਆ ਉਹਨਾਂ ਨੂੰ ਦੇਣ ਵਾਸਤੇ ਬਿਨਾਂ ਪੰਚਾਇਤਾਂ ਨੂੰ ਪੁੱਛੇ ਸਾਈਨ ਕਰਾ ਲਏ, ਜ਼ਬਰਦਸਤੀ ਬਿਨਾਂ ਪੰਚਾਇਤਾਂ ਨੂੰ ਪੁੱਛੇ ਧੱਕੇ ਨਾਲ ਸਾਈਨ ਕਰਾ ਕੇ ਕੈਬਨਿਟ 'ਚ ਪਤਾ ਪਾਸ ਕਰਤਾ ਕਿ ਅਸੀਂ ਸ਼ਾਮ ਲਾਟਾਂ ਜਿਹੜੀਆਂ ਉਹ ਸਮਾਲ ਸਕੇਲ ਇੰਡਸਟਰੀ ਖੋਲ੍ਹਣ ਵਾਸਤੇ ਦੇਵਾਂਗੇ। ਸੋ ਇਹ ਮਨਰੇਗਾ ਵਰਗੀ ਸਕੀਮਾਂ
ਜਿਹੜੀਆਂ ਈਵਨ ਕਿ ਜਿਹੜੀ ਸਕੀਮਾਂ ਚਲਾਉਣ ਦੀ ਜਿਹੜੀ ਤੁਸੀਂ ਪਾਵਰ ਕਹਿ ਰਹੇ ਹੋ ਗ੍ਰਾਮ ਪੰਚਾਇਤਾਂ ਨੂੰ ਦੇਣੀ, ਮੇਰੇ ਹਿਸਾਬ ਨਾਲ ਸਰਕਾਰ ਇੱਕ ਇਹ ਕਰਨ ਤੇ ਡਰਦੀ ਵੀ ਹੈਗੀ ਸ਼ਾਇਦ। ਦੂਜੀ ਸਭ ਤੋਂ ਇੰਪੋਰਟੈਂਟ ਗੱਲ ਇੱਕ ਹੋਰ ਮੈਂ ਤੀਜੀ ਗੱਲ ਕਹੂੰਗਾ ਕਿ ਜਿਹੜੀ ਮਨਰੇਗਾ ਜਿਹੜੀ ਗ੍ਰਾਮ ਪੰਚਾਇਤ ਹੈਗੀ ਹੈ, ਇਹ ਰਾਜੀਵ ਗਾਂਧੀ ਜੀ ਦਾ ਸੁਪਨਾ ਸੀਗਾ। ਉਹਨਾਂ ਨੇ ਰਾਜੀਵ ਗਾਂਧੀ ਜੀ ਨੇ ਗ੍ਰਾਮ ਪੰਚਾਇਤ ਐਕਟ ਲਿਆ ਕੇ ਲਾਗੂ ਕੀਤਾ ਸੀ ਤਾਂ ਕਿ ਸਮਾਲ ਸਕੇਲ ਤੇ ਕਿਸੇ ਵੀ ਤਰੀਕੇ ਦੀ ਕੋਈ ਵੀ ਕਮੀ ਸਰਕਾਰੀ ਫੰਡ ਤੋਂ ਲੈ ਕੇ ਤੇ ਹੋਰ ਰੱਖ ਰਖਾਵ ਤੇ ਰਹਿਣ ਦੀ ਤੇ ਹੋਰ ਪੈਸਿਆਂ ਦੀ ਕਮੀ ਨਾ ਆਵੇ, ਤਾਂ ਗ੍ਰਾਮ ਪੰਚਾਇਤ ਐਕਟ ਲੈ ਕੇ ਆਂਦਾ ਸੀਗਾ ਉਹਨਾਂ ਨੂੰ ਸਹੂਲਤ ਦੇਣ ਵਾਸਤੇ। ਪਰ ਸਾਡੀ ਸਮੇਂ ਦੀ ਕਾਂਗਰਸ ਸਰਕਾਰ ਪੰਜਾਬ 'ਚ ਉਸ ਗ੍ਰਾਮ ਪੰਚਾਇਤ ਐਕਟ ਦੇ ਉਲਟ ਕੰਮ ਕਰਨ ਤੇ ਲੱਗੀ ਹੋਈ ਹੈ, ਉਸ ਗ੍ਰਾਮ ਪੰਚਾਇਤ ਐਕਟ ਨੂੰ ਖਤਮ ਕਰਨ ਤੇ ਲੱਗੀ ਹੋਈ ਹੈ। ਇਹਦਾ ਜਵਾਬ ਹੈਗਾ ਜਦੋਂ, ਕਿਉਂਕਿ ਮਨਰੇਗਾ ਦੀ ਅਸੀਂ ਗੱਲ ਕਰਦੇ ਹਾਂ ਉਹ ਸਿੱਧੀ ਜੁੜਦੀ ਇਸ ਚੀਜ਼ ਨਾਲ ਹੈ ਕਿ ਤੁਸੀਂ ਸਭ ਤੋਂ ਛੋਟੀ ਇਕਾਈ ਲੋਕਤੰਤਰ ਨੂੰ ਕਿੰਨਾ ਕੁ ਮਜ਼ਬੂਤ ਕਰਦੇ ਹੋ। ਮੈਂ ਕਹਿੰਦਾ ਜੀ, ਮੈਂ ਇੱਕ ਗੱਲ ਤੇ ਨਾ ਮੈਂ ਬੜੀ ਇੱਕ ਗੱਲ ਤੇ ਬੜਾ ਸਪਸ਼ਟ ਹਾਂ, ਕਿਉਂਕਿ ਜਿਹੜੀ ਗੱਲ ਜਾਇਜ਼ ਹੈ ਉਹਨੂੰ ਐਡਮਿਟ ਕਰਨਾ ਚਾਹੀਦਾ, ਪਰ ਜਿਹੜੇ ਅਸੀਂ ਇੱਕ ਪੋਲੀਟੀਕਲ ਸਕੋਰ ਕਰਨ ਵਾਸਤੇ ਜਦੋਂ ਅਸੀਂ ਇੱਥੇ ਗੱਲਾਂ ਕਰਦੇ ਹਾਂ ਉਹ ਮੇਰੇ ਖਿਆਲ ਵਾਜਬ ਨਹੀਂ ਹੁੰਦੀਆਂ। ਜਿਹੜੀ ਗੱਲ ਇਹ ਗੱਲ ਠੀਕ ਹੈ ਕਿ ਨਹੀਂ ਠੀਕ, ਸ਼ਾਮਲਾਟ ਜ਼ਮੀਨਾਂ, ਸਰ ਮੈਂ ਉਹਦੀ ਗੱਲ ਜਵਾਬ ਦੇਣ ਲੱਗਿਆ ਸਰ ਮੈਂ ਪਲੀਜ਼ ਲੈਟ ਮੀ ਕੰਪਲੀਟ, ਫਿਰ ਤੁਸੀਂ ਮੈਨੂੰ ਜੋ ਕਹਿ ਲਿਓ ਮੈਂ ਜ਼ਰੂਰ ਦੱਸੋ। ਦੇਖੋ ਉਹਦੇ ਵਿੱਚ ਬੜਾ ਕਲੀਅਰ ਕਿਹਾ ਗਿਆ ਵੀ ਜਿਹੜੀ ਗ੍ਰਾਮ ਪੰਚਾਇਤ ਆਪਦੀ ਸਹਿਮਤੀ ਦੇਊਗੀ ਉਹਦੇ ਵਾਸਤੇ ਉੱਥੇ ਹੀ ਇੰਡਸਟਰੀ ਲੱਗਣੀ ਹੈ, ਦੂਜੀ ਤੇ ਲੱਗਣੀ ਨਹੀਂ। ਤੁਸੀਂ ਵੀ ਇੱਥੇ ਹੋ, ਮੈਂ ਵੀ ਇੱਥੇ ਹੋ, ਜਿਹਨੇ ਦੇਣਾ ਉਸੇ ਦੇ ਹੀ ਲੱਗਣੀ ਹੈ, ਇੱਥੇ ਨਹੀਂ ਲੱਗਣੀ। ਪਰ ਇੱਥੇ ਮੈਂ ਉਹੀ ਤੁਹਾਨੂੰ ਗੱਲ ਕਰਦਾ। ਮੈਂ ਦੂਜੀ ਗੱਲ, ਵਾਲੀਆ ਸਾਹਿਬ ਕਹਿੰਦੇ ਵੱਡੀ ਇੰਡਸਟਰੀ, ਮੈਂ ਇਹਨਾਂ ਦੇ ਇਸ ਤਰਕ ਨਾਲ ਵੀ ਸਹਿਮਤ ਨਹੀਂ। ਸਾਡੇ ਸਟੇਟ ਨੂੰ ਵੱਡੀ ਇੰਡਸਟਰੀ ਦੀ ਨਹੀਂ ਲੋੜ, ਅਸੀਂ ਵੱਡੀ ਇੰਡਸਟਰੀ ਭੁਗਤ ਲਈ, ਅਸੀਂ ਬੜੀਆਂ ਲਿਆਂਦੀਆਂ, ਕਿਸੇ ਨੇ ਇੱਕ ਬੰਦੇ ਨੂੰ ਰੁਜ਼ਗਾਰ ਨਹੀਂ ਦਿੱਤਾ। ਸਾਨੂੰ ਤਾਂ MSME ਦੀ ਲੋੜ ਹੈ, ਸਾਨੂੰ ਤਾਂ ਸਮਾਲ ਸਕੇਲ ਇੰਡਸਟਰੀ ਦੀ ਵੀ ਲੋੜ ਹੈ, ਜਿਹੜੀ ਕਿ ਸਾਡੇ ਵਾਸਤੇ ਸਹਾਈ ਹੋ ਸਕਦੀ ਹੈ, ਰੁਜ਼ਗਾਰ ਦੇਣ ਵਾਸਤੇ, ਸਾਡੀ ਇਕਨੋਮੀ ਵਾਸਤੇ ਵੀ। ਇਸ ਕਰਕੇ ਵੀ ਜਿਹੜੀ ਮੈਂ ਤੁਹਾਨੂੰ ਬੜੀ ਇੱਥੇ ਜ਼ਿੰਮੇਵਾਰੀ ਨਾਲ ਕਹਿਣਾ ਵੀ ਉੱਥੇ ਕਿਤੇ ਵੀ ਇਹ ਨਹੀਂ ਹੋਊਗਾ ਵੀ ਕਿਤੇ ਇੱਥੇ ਜਿਹੜਾ ਹੈਗਾ ਵੀ ਆ ਸ਼ਾਮਲਾਟ ਦੱਬ ਲਈ, ਪਰ ਉੱਥੇ ਵੀ ਮੈਂ ਤੁਹਾਨੂੰ ਦੱਸਦਾ ਮੈਂ ਬੜੀਆਂ ਡਿਬੇਟਸ ਕੀਤੀਆਂ ਨੇ, ਪੰਜਾਬ ਇਸ ਮੁੱਦੇ ਤੇ ਬੜੀਆਂ ਡਿਬੇਟਸ ਕੀਤੀਆਂ ਨੇ, ਔਰ ਮੇਰੇ ਕੋਲ ਅੰਕੜੇ ਇਸ ਵਕਤ ਨਹੀਂ ਮੈਂ ਤੁਹਾਨੂੰ ਦਿਖਾ ਦੂੰਗਾ। ਉਸ ਅੰਕੜੇ ਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ ਬਿਨਾਂ ਗ੍ਰਾਮ ਪੰਚਾਇਤ ਦੀ ਸਹਿਮਤੀ ਤੋਂ ਸਿਰਫ ਉਹਨਾਂ ਕੋਲੇ ਕਾਗਜ਼ ਗਏ ਕਿ ਤੁਸੀਂ ਇੱਥੇ ਸਾਈਨ ਕਰੋ ਜੀ, ਅਸੀਂ ਤੁਹਾਡੀ ਸ਼ਾਮਲਾਟ ਜ਼ਮੀਨ ਜਿਹੜੀ ਉਹ ਲੈ ਲਈ ਹੈ। ਇਹਨਾਂ ਤੇ ਬੁਲਾਰੇ ਇਕਬਾਲ ਸਿੰਘ ਨੇ ਉਹਨਾਂ ਦੇ ਪਿੰਡ ਦੀ ਉਹ ਗੱਲ ਹੈ। ਸਰ ਮੇਰੀ ਇੱਕ ਗੱਲ ਦਾ ਫਿਰ ਜਵਾਬ, ਚਾਹੇ ਉਹ ਤੁਸੀਂ ਦੇ ਦਿਓ ਚਾਹੇ ਉਹ ਚੀਮਾ ਸਾਹਿਬ ਦੇ ਦੇਣ, ਠੀਕ ਹੈ। ਮੈਂ ਇੱਕ ਗੱਲ ਦਾ ਸਵਾਲ ਕਰੂੰਗਾ, ਨਾਭਾ ਪਾਵਰ ਪਲਾਂਟ ਲੱਗਿਆ, ਉਹ ਵੀ ਸ਼ਾਮਲਾਟ ਜ਼ਮੀਨ 'ਚ ਲੱਗਿਆ, ਕੀ ਉਦੋਂ ਇਹ ਐਕਟ ਸੀਗਾ? ਸ਼ਾਮਲਾਟ ਜ਼ਮੀਨ ਲਈ ਨਹੀਂ ਗਈ ਉਦੋਂ। ਨਾਭਾ ਪਾਵਰ ਪਲਾਂਟ ਜਿਹੜਾ ਰਾਜਪੁਰੇ ਲੱਗਿਆ ਉਹਦੇ ਵਿੱਚ ਸ਼ਾਮਲਾਟ ਜ਼ਮੀਨ ਲੱਤੀ ਗਈ ਹੈ, ਔਰ ਸ਼ਾਮਲਾਟ ਜ਼ਮੀਨ ਦੇ ਵਿੱਚ ਲੱਗਿਆ ਉਹ। ਆਪਾਂ ਜਵਾਬ ਸਾਰੀ ਨਹੀਂ, ਹਾਂ ਜਵਾਬ ਲੈਣਾ। ਹਾਂਜੀ ਚੀਮਾ ਸਾਹਿਬ ਤੋਂ ਜਵਾਬ ਲੈਣਾ, ਕਿਉਂਕਿ ਅਕਾਲੀ ਦਲ ਨੇ ਵੀ ਇਹ ਮੁਹਿੰਮ ਵਿੱਢੀ ਸੀ ਕਿ ਸ਼ਾਮਲਾਟ ਜ਼ਮੀਨਾਂ ਨੇ ਜਿਹੜੀਆਂ ਉਹ ਇਦਾਂ ਲਈਆਂ ਜਾ ਰਹੀਆਂ ਨੇ ਬਿਨਾਂ ਕੋਈ ਪੈਸਾ ਦਿੱਤੇ। ਦੇਖੋ ਗੱਲ ਇਹ ਹੈ ਕਿ ਜਦੋਂ ਕੋਈ ਪਾਵਰ ਪ੍ਰੋਜੈਕਟ ਲੱਗਦਾ ਤੇ ਉਹਦੇ ਵਾਸਤੇ ਸੈਂਕੜੇ ਏਕੜ ਜ਼ਮੀਨ ਜਿਹੜੀ ਹੈ ਐਕਵਾਇਰ ਕੀਤੀ ਜਾਂਦੀ ਹੈ, ਔਰ ਉਹਦੇ ਵਿੱਚ ਜਿੰਨੀ ਵੀ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ ਉਹਦੀ ਪ੍ਰੋਪਰ ਇੱਕ ਪਾਲਿਸੀ ਬਣੀ ਹੋਈ ਹੈ ਕਿ ਭਾਵੇਂ ਉਹ ਪੰਚਾਇਤ ਦੀ ਜ਼ਮੀਨ ਹੋਵੇ, ਭਾਵੇਂ ਜ਼ਿਮੀਂਦਾਰ ਦੀ ਜ਼ਮੀਨ ਹੋਵੇ, ਜੋ ਮਾਰਕੀਟ ਰੇਟ ਹੈ ਉਹਦੇ ਨਾਲ ਜਿਹੜਾ ਕੰਪਨਸੇਟਰੀ ਬਾਕੀ ਚਾਰजेस ਪਾ ਕੇ ਉਹ ਕੀਮਤ ਉਹਨੂੰ ਅਦਾ ਕੀਤੀ ਜਾਂਦੀ। ਜੇ ਕਿਸੇ ਪ੍ਰੋਜੈਕਟ ਵਾਸਤੇ ਕਿਤੇ ਵਿੱਚ ਸ਼ਾਮਲਾਟ ਦੀ ਜ਼ਮੀਨ ਵੀ ਆਈ ਹੈ ਤਾਂ ਉਹ ਫ੍ਰੀ ਨਹੀਂ ਲਈ ਗਈ ਪੰਚਾਇਤ ਕੋਲੋਂ, ਧੱਕੇ ਨਾਲ ਨਹੀਂ ਲਈ ਗਈ। ਜਿਸ ਤਰੀਕੇ ਜ਼ਿਮੀਂਦਾਰ ਨੂੰ ਉਹਦੇ ਰੇਟ ਮਿਲਿਆ, ਸੇਮ ਉਹਦੀ ਕੰਪਨਸੇਸ਼ਨ ਪੰਚਾਇਤ ਨੂੰ ਮਿਲੀ ਹੈ, ਤਾਂ ਜੋ ਪੰਚਾਇਤ ਚਾਹੇ ਤੇ ਆਪਣੀ ਮਰਜ਼ੀ ਨਾਲ ਜ਼ਮੀਨ ਦੁਬਾਰਾ ਖਰੀਦ ਲਵੇ ਜਾਂ ਆਪਣੀ ਕੋਈ ਹੋਰ ਐਸਟ ਤਿਆਰ ਕਰਕੇ ਜੇ ਉਹ ਰੱਖਣਾ ਚਾਹਵੇ ਪੰਚਾਇਤ ਤਾਂ ਉਹ ਆਪਣੀ ਕਰ ਲਵੇ। ਕੋਈ ਵੀ ਤੁਸੀਂ ਇਹੋ ਜਿਹਾ ਕੇਸ ਨਹੀਂ ਦਿਖਾ ਸਕਦੇ ਕਿ ਜਿੱਥੇ ਪੰਚਾਇਤ ਨੂੰ ਐਜ਼ ਪਰ ਲੈਂਡ ਪਰ ਜਿਹੜੀ ਪਾਲਿਸੀ ਹੈਗੀ ਆ ਉਹ ਨਾ ਮਿਲੀ ਹੋ। ਠੀਕ ਹੈ ਇੱਕ ਮਿੰਟ ਆ ਗਿਆ ਤੁਹਾਡਾ। ਮੈਂ ਹੁਣ ਹਰਪ੍ਰੀਤ ਜੀ, ਮੈਂ ਇਹਦੇ ਤੇ ਮੇਰਾ ਇਹਦੇ ਕਰੈਕਸ਼ਨ ਨਹੀਂ, ਮੇਰਾ ਗੱਲ ਇਹ ਹੈ ਨਾ, ਮੈਂ ਇੱਕ ਗੱਲ ਸੁਣ ਲੈਣਾ। ਪਹਿਲਾਂ ਇਹ ਹੋਣਾ ਚਾਹੀਦਾ ਕਿ ਅਸੀਂ ਜ਼ਮੀਨ ਐਕਵਾਇਰ ਕਰ ਲਈਏ, ਕੋਈ ਪ੍ਰੋਜੈਕਟ ਆਏਗਾ ਤਾਂ ਅਸੀਂ ਲਾਵਾਂਗੇ। ਪਹਿਲਾਂ ਇਹ ਹੋਣਾ ਚਾਹੀਦਾ ਕਿ ਪਹਿਲਾਂ ਅਸੀਂ ਆਹ ਪ੍ਰੋਜੈਕਟ ਲੈ ਕੇ ਆ ਰਹੇ ਹਾਂ, ਆਹ ਤੁਹਾਡੇ ਇਲਾਕੇ 'ਚ ਪ੍ਰੋਜੈਕਟ ਲੱਗੂਗਾ, ਇਸ ਲਈ ਸਾਨੂੰ ਜ਼ਮੀਨ ਛੋਟਾ ਰਿਐਕਸ਼ਨ ਦੇ ਦਾਂ। ਪਹਿਲੀ ਗੱਲ ਇਹ ਹੈ, ਪੰਜਾਬ ਦੇ ਵਿੱਚ ਇਹ ਕਹਿਣਾ ਕਿ ਇੰਡਸਟਰੀ ਦੇ ਰਾਹੀਂ, ਵੱਡੀ ਇੰਡਸਟਰੀ ਰਾਹੀਂ ਜੌਬ ਮਿਲੂਗਾ, ਇਹ ਕੋਈ ਬਹੁਤਾ ਠੀਕ ਨਹੀਂ ਹੈ। 36% ਜੌਬ ਜਿਹੜਾ ਐਗਰੀਕਲਚਰ ਤੋਂ ਮਿਲ ਰਿਹਾ ਹੈ। ਜੇ ਇਹ 1,35,000 ਕਰੋੜ ਤਾਂ 1,35,000 ਏਕੜ ਜ਼ਮੀਨ ਤਾਂ ਇਹ ਹੋਣੀ ਹੈ, ਤੇ 12,000 ਏਕੜ ਜਿਹੜੀ ਹੈ ਉਹ ਝੂਠੇ 22,000 ਉਹ ਅਜੇ ਉਹਨਾਂ ਕਬਜ਼ਿਆਂ ਦੇ ਵਿੱਚ ਹੈ। ਜੇ ਜ਼ਮੀਨ ਕੱਢ ਕੇ ਜਿੱਥੇ ਮਰਜ਼ੀ ਦਿੱਤੀ ਜਾਵੇ 2 ਲੱਖ ਲੋਕਾਂ ਦਾ ਰੁਜ਼ਗਾਰ ਖੁੱਸੇਗਾ ਤੇ 2 ਲੱਖ ਨੂੰ ਨਵਾਂ ਰੁਜ਼ਗਾਰ ਮਿਲਣਾ ਨਹੀਂ ਇਹ ਚੋਂ। ਆਪਾਂ ਰੁਜ਼ਗਾਰ ਗਰੰਟੀ ਹੈ, ਪਹਿਲੀ ਗੱਲ। ਦੂਜੀ ਗੱਲ, ਜਿਹੜਾ PSIC ਨੂੰ ਜ਼ਮੀਨ ਦੇਣ ਦੀ ਗੱਲ ਕਰੀ ਜੀ ਆ, ਪਰਸੋਂ ਨਾਭੇ ਦਾ ਇਸ਼ਤਿਹਾਰ ਸੀ 3800 ਰੁਪਏ ਗਜ ਦੇਣ ਦੇ ਇਸ਼ਤਿਹਾਰ ਦੇ ਰਹੇ ਨੇ ਉਹ
ਇੱਥੇ ਮਾਲ ਦੇ ਵਿੱਚ ਅਲੰਟੇ ਮਾਲ ਦੇ ਵਿੱਚ ਲੈ ਕੇ ਇੰਡਸਟਰੀ ਏਰੀਆ ਵਾਸਤੇ ਲੈ ਕੇ ਮੁੜ ਕੇ ਏਡੀ ਵੱਡੀ ਕਰੋੜਾਂ ਦੇ ਵਿੱਚ ਅਰਬਾਂ ਦੇ ਵਿੱਚੋਂ ਜ਼ਮੀਨ ਵੇਚਤੀ। ਸੋ ਇਹ ਸਕੈਂਡਲ ਹੈ, ਇਹਨੂੰ ਸਾਰੀਆਂ ਪਾਰਟੀਆਂ ਨੂੰ ਸੋਚਣਾ ਚਾਹੀਦਾ ਹੈ। ਪਹਿਲੀਆਂ ਪਾਰਟੀਆਂ ਸ਼ਹਿਰੀ ਜ਼ਮੀਨਾਂ ਅਕਾਲੀਆਂ ਨੇ ਬਥੇਰੇ ਵਿੱਚ। ਦੂਜੀ ਗੱਲ ਮੈਂ ਕਹਿਣਾ ਜੀ, ਮਨਰੇਗਾ ਬਾਰੇ ਇਹ ਗਲਤ ਮੇਰੇ ਖਿਆਲ ਸੂਚਨਾ ਥੋੜੀ ਜੀ। ਮਨਰੇਗਾ ਦੇ ਕਾਰਡ ਬਣਾਉਣ ਦਾ ਅਧਿਕਾਰ ਵੀ ਜਿਹੜਾ ਹੈ ਉਹ ਗ੍ਰਾਮ ਸਭਾ ਕੋਲ ਹੈ। ਗ੍ਰਾਮ ਸਭਾ ਨੇ ਸ਼ਨਾਖਤ ਕਰਨੀ ਹੈ ਕਿ ਕੌਣ ਹੈ ਐਂਟਾਈਟਲਡ। ਜਿੰਨੀਆਂ ਸਰਕਾਰੀ ਕੇਂਦਰ ਦੀਆਂ ਤੇ ਸੂਬੇ ਦੀਆਂ ਸਕੀਮਾਂ ਨੇ ਪੜ੍ਹਾਈ ਦੀਆਂ ਜਾਂ ਲਾਭ ਦੇਣ ਦੀਆਂ, ਉਹ ਸਾਰੀਆਂ ਦੀ ਸ਼ਨਾਖਤ ਐਕਟ ਦੇ ਵਿੱਚ ਹੀ ਲਿਖਿਆ ਹੈ। ਕੋਈ ਪਾਵਰ ਦੇਣ ਦੀ ਲੋੜ ਹੀ ਨਹੀਂ ਹੈ। ਤੀਜੀ ਗੱਲ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ, ਇਹ ਚੀਮਾ ਸਾਹਿਬ ਨੇ ਬਿਲਕੁਲ ਠੀਕ ਹੈ। ਹਸਪਤਾਲਾਂ ਨੂੰ ਸਾਡਿਆਂ ਨੂੰ ਸਟਰੈਂਥਨ ਕਰਨ ਦੀ ਲੋੜ ਹੈ। ਜਾਂ ਤਾਂ ਤੁਸੀਂ ਪੈਕੇਜ ਲਿਮਿਟ ਨਾ ਕਰੋ, ਨਹੀਂ ਫਿਰ ਆਪਦੇ ਸਰਕਾਰੀ ਹਸਪਤਾਲਾਂ ਨੂੰ ਸਟਰੈਂਥਨ ਕਰੋ। ਉੱਥੇ ਜੇ ਤੁਹਾਡੇ ਕੋਲ ਸਪੈਸ਼ਲਿਸਟ ਹੈ ਨਹੀਂ, ਤੁਸੀਂ ਕੋਈ ਤੁਸੀਂ ਜਾ ਨਹੀਂ ਸਕਦੇ ਤੇ ਉੱਥੇ ਫਿਰ ਕਿਵੇਂ ਇਲਾਜ ਕਰਾਏਗਾ। ਜਿੱਥੋਂ ਤੱਕ ਸਵਾਲ ਹੈ ਗਿਣਤੀ ਦਾ, ਇਹ ਕਹਿਣ ਦੀ ਗੱਲ ਹੈ ਜਦ ਅਸੀਂ ਕਹਿੰਦੇ ਅਸੀਂ ਸੈਂਟਰ ਦੀਆਂ ਸਕੀਮਾਂ ਦਾ ਲਾਭ ਨਹੀਂ ਲੈਂਦੇ। अब मैं ये भी कहा भी मैं पोलिटिकल भी नहीं हैगा तो मैं गल भी पोलिटिकल करा, फिर मैंने नॉन पोलिटिकल रहना चाहिए। जे 3 गुना बल्कि पंजाब इस गल ते अड़िया रहा, जबकि केंद्र ने पहले इन्होंने को भी मन्निया सी भी असीं कोई नहीं तुहानूं सारिआं नूं विच अकोमोडेट कर लांगे। उदों कह के तां मना लिया भी हाँ स्कीम लागू कर दो, मुड़ के कहंदे इहदा बाकी दा प्रीमियम तुसीं आपे देओगे। जे आप ही प्रीमियम देना फिर तां पहले कर लैंदे, इह तां लड़न दी लोड़ ही नहीं सी। इन्हां ने तिगने लोकां नूं बेनीफिट देण दी कोशिश करी और ਉਹਦੇ ਤੇ ਮੇਰਾ ਹਾਲਾਂਕਿ ਡਿਫਰੈਂਸ ਵੀ ਨਾ ਪੂਰੀ ਆਯੁਸ਼ਮਾਨ ਭਾਰਤ ਦੇ ਉੱਤੇ ਕਿ ਤੁਸੀਂ ਲਿਮਿਟ ਕਰਤਾ। ਤੁਸੀਂ ਮੰਨੋ ਵੀ ਕਿੰਨਾ ਇਹਦਾ ਪ੍ਰੀਮੀਅਮ ਹੈ। ਅਸੀਂ ਗੱਲਾਂ ਇੱਥੇ ਕਰਦੇ ਹਾਂ 10,040 ਰੁਪਏ ਪ੍ਰੀਮੀਅਮ ਹੈ 5 ਜੀਆਂ ਦੇ ਪਰਿਵਾਰ ਦਾ ਤੇ 5 ਲੱਖ ਦਾ ਬੀਮਾ ਕਰਾਉਣ ਜੇ ਕਿਸੇ ਇੱਕ ਪਰਿਵਾਰ ਨੂੰ 5 ਲੱਖ ਦਾ ਇਲਾਜ ਕਰਨਾ ਹੋਵੇ, ਨਹੀਂ ਬੀਮੇ ਦਾ ਮਤਲਬ ਇਲਾਜ ਹੀ ਕਰੂਗਾ ਨਾ। ਤੇ ਇਹਦਾ ਮਤਲਬ ਹੈ ਵੀ 500 ਪਰਿਵਾਰਾਂ ਦਾ ਪੈਸਾ ਜਿਹੜਾ ਉਹ ਸਿਰਫ ਇੱਕ ਤੇ ਲੱਗੂਗਾ ਜਿਹੜਾ ਬੀਮੇ ਦਾ। ਬੀਮਾ ਕੰਪਨੀ ਆਪਦੇ ਕੋਲ ਤਾਂ ਪੈਸਾ ਨਹੀਂ ਦੇਣਾ, ਸੋ ਤੁਸੀਂ ਲਿਮਿਟ ਕਰਤਾ ਵਰਕੇ ਇਲਾਜ। ਸੋ ਇਹਨੂੰ ਸਰਕਾਰੀ ਹਸਪਤਾਲਾਂ ਨੂੰ ਚੀਮਾ ਸਾਹਿਬ ਨੇ ਠੀਕ ਕਿਹਾ, ਸਰਕਾਰੀ ਹਸਪਤਾਲਾਂ ਨੂੰ ਸਟਰੈਂਥਨ ਕਰਕੇ ਸਾਨੂੰ ਅੱਗੇ ਲਿਜਾਣਾ। ਹਾਂਜੀ ਹਾਂਜੀ ਵਾਲੀਆ ਸਾਹਿਬ ਤੋਂ ਰਿਐਕਸ਼ਨ ਲੈ ਫਿਰ ਮੈਂ ਨਾ। ਹਾਂਜੀ ਵਾਲੀਆ ਸਾਹਿਬ। ਹਾਂਜੀ ਮੈਂ ਪਹਿਲਾਂ ਤਾਂ ਉਹਨਾਂ ਦੀ ਗੱਲ ਦਾ ਸਾਡੇ ਕਾਂਗਰਸ ਵੀਰ ਦੀ ਗੱਲ ਕਰੂੰਗਾ ਵੀ ਜਿਹੜੇ ਨੇ ਕਿਹਾ ਵੀ ਗ੍ਰਾਮ ਪੰਚਾਇਤਾਂ ਨੂੰ ਪਾਵਰ ਹੈ ਕਿ ਉਹ ਜ਼ਮੀਨ ਦੇਣ ਕਿ ਨਾ ਦੇਣ। ਮੇਰੇ ਨਾਲ ਤੁਸੀਂ ਖਰੜ ਚੱਲੋ ਮਾੜਾ ਜਿਹਾ, ਮੇਰਾ ਪਿੰਡ ਖਾਨਪੁਰ ਹੈ ਤੇ ਉੱਥੇ ਐਮਸੀ ਲਿਮਟ ਹੈ 80% ਨਦੀ ਦੱਬੀ ਹੋਈ ਹੈ, 2 ਟੋਬੇ ਦੱਬੇ ਹੋਏ ਹੈ। ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੇ ਮਤੇ ਪਾ ਕੇ ਐਮਸੀ ਦੇ ਵਿੱਚ ਉਹ ਦੱਬੇ ਹੋਏ ਸਾਰਾ ਕੁਝ। ਉਹ ਤੁਸੀਂ ਕਹਿੰਦੇ ਵੀ ਸਰਪੰਚ ਹੈ ਕਿਹਨਾਂ ਦੇ ਹੈ? ਸਰਪੰਚ ਕਿ ਇੰਡੀਪੈਂਡੈਂਟ ਬਣੇ ਹੋਏ ਨੇ ਜਾਂ ਅਕਾਲੀ ਕਮੇਟੀ ਦੇ ਬਣੇ ਹੋਏ ਜਾਂ ਆਪਣਾ ਇਹਦੇ ਕਾਂਗਰਸ ਦੇ ਬਣੇ ਹੋਏ ਹੈ। ਹੁਣ ਕਾਂਗਰਸ ਦਾ ਰਾਜ ਹੈ ਕਿ ਕਾਂਗਰਸ ਸਰਪੰਚ ਮੁੱਕਰ ਜਾਣਗੇ ਜ਼ਮੀਨਾਂ ਦੇਣ ਤੋਂ? ਕਿਆ ਸਾਈਨ ਕਰਨ ਤੋਂ ਮਨਾ ਕਰ ਦੇਣਗੇ ਉਹ? ਦੂਜੀ ਗੱਲ ਜੋ ਗਰਗ ਸਾਹਿਬ ਨੇ ਗੱਲ ਕੀਤੀ, ਬੜੀ ਵੈਲਿਡ ਗੱਲ ਕੀਤੀ ਹੈ ਕਿ ਪ੍ਰੀਮੀਅਮ ਜਿਹੜੀ ਕੀ ਜਿਹੜਾ ਇਲਾਜ ਦਾ ਖਰਚਾ ਕਿ ਇੰਸ਼ੋਰੈਂਸ ਕੰਪਨੀ ਬੇਅਰ ਕਰੂਗੀ। ਤੁਹਾਨੂੰ ਯਾਦ ਹੋਣਾ ਹਰਪ੍ਰੀਤ ਜੀ, ਅਕਾਲੀ ਸਰਕਾਰ ਟਾਈਮ ਵੀ ਇੱਕ ਵਾਰ ਟਾਈਮ ਆਇਆ ਸੀਗਾ, ਇਹਨਾਂ ਨੇ ਇੱਕ ਓਰੀਐਂਟਲ ਇੰਸ਼ੋਰੈਂਸ ਕੰਪਨੀ ਨੂੰ ਦੇਤਾ ਸੀਗਾ ਵੀ ਭਾਈ ਆ ਕਾਰਡ ਓਰੀਐਂਟਲ ਇੰਸ਼ੋਰੈਂਸ ਕੰਪਨੀ ਤੁਹਾਡੇ ਬਣਾਊਗੀ। ਜਿਹੜਾ ਸਰਕਾਰੀ ਤੌਰ ਤੇ ਖਰਚਾ ਹੁੰਦਾ ਸੀਗਾ ਕਿ ਇਹਦਾ ਇਲਾਜ ਦਾ ਪਹਿਲਾਂ ਸਰਕਾਰ ਦਿੰਦੀ ਸੀਗੀ, ਉਹ ਇੰਸ਼ੋਰੈਂਸ ਕੰਪਨੀ ਦਿੰਦੀ ਸੀਗੀ। ਉਹ 1.5 2 ਸਾਲ ਤੱਕ ਲੋਕਾਂ ਦਾ ਰਿੰਬਰਸਮੈਂਟ ਨਹੀਂ ਹੁੰਦਾ ਸੀਗਾ ਉਸ ਕੰਪਨੀ ਦੇ ਥਰੂ, ਪ੍ਰਾਈਵੇਟ ਕੰਪਨੀ ਦੇ ਥਰੂ। ਮੈਂ ਇਸ ਕਰਕੇ ਪਿਆਰੇ ਲਾਲ ਗਰਗ ਜੀ ਦੀ ਗੱਲ ਤੋਂ ਬਿਲਕੁਲ 100% ਸ਼ੋਰ ਹੈ ਵੀ ਜੇ ਸਪੋਜ਼ ਕਰੋ ਕੱਲ੍ਹ ਨੂੰ ਕੋਈ ਬਿਮਾਰ ਹੋ ਗਿਆ, ਉਹਨੇ ਆਪਣਾ ਖਰਚਾ ਵੀ ਕਰ ਲਿਆ, ਉਹਨੂੰ ਕਿਆ ਸਾਲ 2 ਸਾਲ 3 ਸਾਲ ਕਿੰਨੇ ਸਾਲ 'ਚ ਉਹਨੂੰ ਆਯੁਸ਼ਮਾਨ ਭਾਰਤ 'ਚ ਪੈਸਾ ਵਾਪਸ ਮਿਲੂਗਾ? ਕਿਉਂਕਿ ਫਸਲ ਬੀਮਾ ਯੋਜਨਾ 100% ਫੇਲ ਹੋ ਰਹੀ ਹੈ। ਇਹਨਾਂ ਨੇ ਮਹਾਰਾਸ਼ਟਰ ਸਟੇਟ 'ਚ 80% ਕਿਸਾਨ ਜਿਹੜਾ ਲੱਖ 2 ਲੱਖ ਕਿਸਾਨ ਜਿਹੜਾ ਸੜਕਾਂ ਤੇ ਤੁਰਿਆ ਰਿਹਾ ਫਸਲ ਬੀਮਾ ਯੋਜਨਾ ਨੂੰ ਲੈ ਕੇ। ਠੀਕ ਹੈ, ਅਗਰਵਾਲ ਸਾਹਿਬ ਕੁਝ ਕਹਿ ਰਹੇ ਨੇ, ਫਿਰ ਮੈਂ ਤੁਹਾਡੇ ਕੋਲ ਆਣਾ। जी सर। जी अग्रवाल साहब। इस तरह भी ਜਿਹੜੀ ਗੱਲ ਇਹ ਕਰ ਰਹੇ ਆ ਗ੍ਰਾਮ ਪੰਚਾਇਤਾਂ ਨੂੰ ਪਾਵਰ ਦੇਣ ਦੀ ਜੀ, ਔਰ ਹੋਣੀ ਵੀ ਚਾਹੀਦੀ ਹੈ, ਬਲਕਿ ਪੰਜਾਬ ਲੈਵਲ ਤੇ ਇੱਕ ਲਿਸਟ ਇਸ਼ੂ ਹੋਣੀ ਚਾਹੀਦੀ ਹੈ ਵੀ ਕਿਹੜੇ ਪਿੰਡ ਵਿੱਚ ਕਿਹੜੀ ਇੰਡਸਟਰੀ ਲੱਗ ਸਕਦੀ ਹੈ। ਇਹ ਆਪਾਂ ਨੂੰ ਜਿਹੜੇ ਗੱਲ ਕਰ ਰਹੇ ਸੀ ਕਰਪਸ਼ਨ ਦੀ, ਆਪਾਂ ਨੂੰ ਗ੍ਰਾਮ ਪੰਚਾਇਤਾਂ ਤੇ ਵਿਸ਼ਵਾਸ ਕਰਨਾ ਹੀ ਪਏਗਾ। ਜਿੱਦਾਂ ਗੁਜਰਾਤ ਦੇ ਵਿੱਚ ਜਿੰਨੀ ਡਿਵੈਲਪਮੈਂਟ ਹੋਈ ਹੈ ਉਹ ਸਾਰੀ ਤਕਰੀਬਨ ਗ੍ਰਾਮ ਪੰਚਾਇਤਾਂ ਨੂੰ ਉਹਨਾਂ ਨੇ ਪਾਵਰਾਂ ਡੈਲੀਗੇਟ ਕੀਤੀਆਂ। ਕਸ਼ਮੀਰ 'ਚ ਵੀ ਹੁਣ ਲੇਟੈਸਟ ਜਿਹੜਾ ਆਇਆ ਹੈ ਕਸ਼ਮੀਰ ਦੇ ਵਿੱਚ ਇਸ ਲਈ ਇਹਨਾਂ ਨੇ 370 ਤੋੜੀ ਹੈ। ਉਸ ਤੋਂ ਬਾਅਦ ਉਹਨਾਂ ਨੇ ਗ੍ਰਾਮ ਪੰਚਾਇਤਾਂ ਨੂੰ ਸਰਪੰਚ ਨੂੰ ਇਹ ਆਥੋਰਾਈਜ਼ ਕਰਤਾ ਵੀ ਜਿਹੜੇ ਬੰਦੇ ਇੱਥੇ ਗਰੀਬ ਹੈ ਉਹਨਾਂ ਕੋਲੋਂ ਆਧਾਰ ਕਾਰਡ ਲੈ ਕੇ ਸਾਨੂੰ ਦੱਸੋ, ਅਸੀਂ 50,000 ਰੁਪਏ ਉਹਨਾਂ ਨੂੰ ਟ੍ਰਾਂਸਫਰ ਕਰ ਦਿੰਦੇ। ਕਿਉਂਕਿ ਆਫਟਰ ਆਲ ਜਿਹੜੇ ਪੰਚਾਇਤ ਸਰਪੰਚ ਹੈ ਉਹ ਲੋਕ ਜਿਹੜੇ ਹੈ ਲੋਕਾਂ 'ਚੋਂ ਹੀ ਬਣੇ ਹੋਏ ਹੈ,
ਉਹਨਾਂ ਨੂੰ ਹਰ ਇੱਕ ਬੰਦੇ ਦਾ ਪਤਾ ਹੁੰਦਾ ਹੈ ਵੀ ਕਿਹੜਾ ਬੰਦਾ ਕਰਪਟ ਹੈ, ਕਿਹੜਾ ਬੰਦਾ ਪੋਲੀਟੀਕਲ ਜ਼ਿਆਦਾ ਚੱਲਦਾ ਹੈ ਔਰ ਕਿਹੜਾ ਜੈਨੂਇਨ ਹੈ। ਬਾਕੀ ਜਿਹੜੀ ਗੱਲ ਇਹ ਕਹਿ ਰਹੇ MSME ਦੀ, ਬਿਲਕੁਲ ਗੱਲ ਮੈਂ ਬਿਲਕੁਲ ਸਹਿਮਤ ਹਾਂ। ਸਾਨੂੰ ਹੈਵੀ ਇੰਡਸਟਰੀ ਜਿਹੜੀ ਸਮਾਲ ਸਕੇਲ ਇੰਡਸਟਰੀ ਆਣੀ ਚਾਹੀਦੀ ਹੈ ਔਰ ਜੋ ਸੈਂਟਰ ਗਵਰਨਮੈਂਟ ਵੀ ਔਰ ਪੰਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਹੈ। ਦੇਖੋ MSME ਦਾ ਟੋਟਲ 54,000 ਕਰੋੜ ਰੁਪਈਆ ਜਿਹੜਾ ਕਾਰਪੋਰੇਟ ਸੈਕਟਰ 'ਚ ਫਸਿਆ ਹੋਇਆ ਹੈ। ਉਹਦੇ ਵਾਸਤੇ ਸੈਂਟਰ ਨੇ ਇੱਕ ਸਕੀਮ ਚਲਾਈ ਹੈ ਵੀ ਜਿਹੜੇ ਲੋਕਾਂ ਦਾ ਮੋਰ ਦੈਨ 45 ਡੇਜ਼ ਪੈਸਾ ਫਸਿਆ ਹੋਇਆ ਹੈ ਟੂਵਰਡਸ ਪ੍ਰਾਈਵੇਟ ਲਿਮਟਿਡ ਔਰ ਲਿਮਟਿਡ ਕੰਸਰਨਸ MSCME ਦਾ ਜੀ, ਉਹ ਆਪਣੇ ਸ਼ਹਿਰ ਦਾ ਜਿਹੜਾ DM ਹੈ ਯਾਨੀ ਕਿ DC ਔਰ ਜਰਨਲ GM ਇੰਡਸਟਰੀ, ਉਹਨਾਂ ਨੂੰ ਇੱਕ ਐਪਲੀਕੇਸ਼ਨ ਦੇ ਦੇਵੇ ਵਿਦ ਦਾ ਪ੍ਰੂਫ, ਉਹਨੂੰ ਉਹ ਪੈਸੇ ਉਹ ਵਾਪਸ ਆਣਗੇ, ਇੰਡਸਟਰੀ ਵਾਲੇ ਉਹਨਾਂ ਨੂੰ ਦੇਣਗੇ। ਬਲਕਿ ਮੈਂ ਤਾਂ ਕਹਿੰਦਾ ਹੈ ਵੀ ਇਹ ਜਿਹੜੀ ਇਹ ਚੀਜ਼ ਪੰਜਾਬ ਸਰਕਾਰ ਨੂੰ ਵੀ ਅਡਾਪਟ ਕਰਨੀ ਚਾਹੀਦੀ ਹੈ। ਇਹ ਚੀਜ਼ ਸਾਨੂੰ ਫਾਇਦਾ ਹੈ, ਬਲਕਿ ਇਹ ਦੇਖਣ ਦੀ ਬਜਾਏ ਵੀ ਪੋਲੀਟੀਕਲੀ ਕੀ ਹੈ ਕੀ ਨਹੀਂ ਹੈ। ਸਭ ਤੋਂ ਪਹਿਲਾਂ ਮੇਰਾ ਸੂਬਾ ਪੰਜਾਬ ਹੈ। ਜੇ ਸਾਡਾ ਮੇਰਾ ਸੂਬਾ ਪੰਜਾਬ ਅੱਗੇ ਵੱਧਦਾ ਹੈ ਤਾਂ ਨੈਚੁਰਲੀ ਉਸ ਤੋਂ ਬਾਅਦ ਹਿੰਦੁਸਤਾਨ ਵੀ ਮਗਰ ਫਿਰੇਗਾ। ਠੀਕ ਹੈ। ਕੇਂਦਰ ਸ਼ਾਸਤ ਜਿਹੜੀਆਂ ਸਕੀਮਾਂ ਹੁੰਦੀਆਂ ਨੇ ਉਹਦਾ ਲਾਹਾ ਸੂਬੇ ਜ਼ਰੂਰ ਲੈਣ, ਆਪਣੇ ਪੋਲੀਟੀਕਲ ਜਿਹੜੇ ਵਿਵਾਦ ਨੇ ਉਹ ਦੂਰ ਰੱਖੇ ਜਾ ਸਕਦੇ ਨੇ। ਸੁਖਦੇਵ ਸਿੰਘ ਜੀ, ਇੱਕ ਆਖਰੀ ਸਵਾਲ ਹੈ ਮੇਰੇ ਕੋਲ ਟਾਈਮ ਜ਼ਿਆਦਾ ਨਹੀਂ ਹੈਗਾ, ਪਰ ਕਿਤੇ ਨਾ ਕਿਤੇ ਆંકੜੇ ਫੈਕਟਰ ਜ਼ਰੂਰ ਕਰਦੇ ਨੇ। ਹੁਣ ਵਿਕਾਸ ਦਰ ਦੇ ਵਿੱਚੋਂ 12ਵੇਂ ਸਥਾਨ ਤੇ ਜੇ ਪੰਜਾਬ ਪਛੜ ਗਿਆ ਤਾਂ ਜਦੋਂ ਤੁਸੀਂ ਬਾਹਰੋਂ ਕਿਸੇ ਨੂੰ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਨਵੀਂ ਸਰਕਾਰ ਬਣੀ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਸਾਹਿਬ ਬੜੇ ਵੱਡੇ ਇੰਡਸਟਰੀਲਿਸਟ ਨੂੰ ਮਿਲੇ, ਮੁੰਬਈ ਤੱਕ ਗਏ, ਉੱਥੇ ਆંકੜੇ ਦਿੱਤੇ। ਇਹ ਸਾਰੇ ਆંકੜੇ ਹੀ ਇੰਡਸਟਰੀਲਿਸਟ ਦੇਖਦੇ ਨੇ। ਤੁਹਾਨੂੰ ਨਹੀਂ ਲੱਗਦਾ ਫਿਰ ਸਾਡਾ ਵਪਾਰ ਵੀ ਪ੍ਰਭਾਵਿਤ ਕਰਦਾ? ਜਦੋਂ ਸਾਡੀ ਵਿਕਾਸ ਦਰ ਦੇਖੀ ਜਾਏਗੀ, ਉਸ ਵਿਕਾਸ ਦਰ ਦੇ ਵਿੱਚੋਂ ਅਸੀਂ ਦੇਖਾਂਗੇ ਕਿ ਲੇਟੈਸਟ ਅਸੀਂ ਪਛੜ ਗਏ ਹਾਂ ਪਹਿਲਾਂ ਨਾਲੋਂ, ਤਾਂ ਫਿਰ ਪ੍ਰਭਾਵਿਤ ਤਾਂ ਹੁੰਦਾ ਹੀ ਹੈ ਕੰਮ। ਸਰ ਮੈਂ ਉਹੀ ਗੱਲ ਤੁਹਾਨੂੰ ਪਹਿਲਾਂ ਵੀ ਕਹੀ ਹੈ, ਮੈਂ ਤੁਹਾਨੂੰ ਕਹਿਣੀ ਚਾਹੂੰਗਾ ਜੀ, ਓਵਰਆਲ ਦੇਖੀਏ ਤਾਂ ਅਸੀਂ ਇੰਪਰੂਵ ਕੀਤਾ, ਅਸੀਂ ਥੱਲੇ ਨੂੰ ਨਹੀਂ ਗਏ, ਅਸੀਂ ਉੱਪਰ ਨੂੰ ਆਏ ਆ। ਇਸ ਕਰਕੇ ਇਹ ਦੀ ਕੋਈ ਉਹੋ ਜਿਹੀ ਗੱਲ ਨਹੀਂ। ਮੈਂ ਤੁਹਾਨੂੰ ਇੱਕ ਗੱਲ ਐਡਮਿਟ ਕੀਤੀ ਹੈ ਵੀ ਜਿੱਥੇ ਇੰਪਰੂਵਮੈਂਟ ਦੀ ਜ਼ਰੂਰਤ ਹੈ ਉਹ ਕਰੀ ਜਾਊਗੀ, ਕਰਨੀ ਵੀ ਚਾਹੀਦੀ ਹੈ। ਜੇ ਤੁਸੀਂ ਅੱਜ ਸਾਡੇ ਸਰਕਾਰ ਦਾ ਪ੍ਰੈਸ ਨੋਟ ਵੀ ਪੜੋਗੇ, ਉਹਦੇ ਵਿੱਚ ਵੀ ਕਿਹਾ, ਐਡਮਿਟ ਵੀ ਕੀਤਾ ਵੀ ਜਿੱਥੇ ਕਿਤੇ ਇੰਪਰੂਵਮੈਂਟ ਦੀ ਲੋੜ ਹੈ ਅਸੀਂ ਬਿਲਕੁਲ ਕਰਾਂਗੇ, ਇੰਪਰੂਵਮੈਂਟ ਮਸਟ ਹੈ। ਔਰ ਜਿੱਥੇ ਜੇ ਤੁਹਾਨੂੰ ਤੁਸੀਂ ਇੱਕ ਕੰਮ ਕਰ ਰਹੇ ਹੋ, ਜੇ ਤੁਹਾਨੂੰ ਲੱਗੇ ਵੀ ਇੱਥੇ ਇੰਪਰੂਵਮੈਂਟ ਦੀ ਜ਼ਰੂਰਤ ਹੈ, ਤਾਂ ਮੇਰੇ ਖਿਆਲ ਦੇ ਵਿੱਚ ਉਹਦੇ ਵਿੱਚ ਐਡਮਿਟ ਕਰਕੇ ਇੰਪਰੂਵ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੁੰਦਾ ਔਰ ਉਹਦੇ ਵਿੱਚ ਕੋਈ ਗੁਨਾਹ ਨਹੀਂ ਹੁੰਦਾ। ਦੂਜੀ ਗੱਲ, ਮੈਂ ਫਿਰ ਉੱਥੇ ਇੱਕ ਗੱਲ ਤੇ ਫਿਰ ਜ਼ਰੂਰ ਮੈਂ ਉਹੀ ਕਹੂੰਗਾ ਵੀ ਅਸੀਂ ਜਿਹੜੀ ਗੱਲ ਨੂੰ ਪ੍ਰਚਾਰ ਕਰਦੇ ਹਾਂ, ਚੀਮਾ ਸਾਹਿਬ ਨੇ ਖੁਦ ਬਹਿ ਕੇ ਮੰਨਿਆ ਵੀ ਆਲਰੇਡੀ ਜੇ ਹੁਣ ਵੀ ਪੰਚਾਇਤ ਨੂੰ ਉਹਨੂੰ ਕੰਪਨਸੇਟ ਕਰਕੇ ਜ਼ਮੀਨ ਲਈ ਜਾਊਗੀ, ਪਹਿਲਾਂ ਵੀ ਕੰਪਨਸੇਟ ਕਰਕੇ ਲਈ ਜਾਂਦੀ, ਪਰ ਰੱਟਾ ਕਿੱਥੇ ਕਿਸ ਗੱਲ ਦਾ ਹੈ? ਪਰ ਫਰਕ ਤਾਂ ਇਹ ਹੈ ਨਾ ਜੀ, ਇੱਕ ਤੁਸੀਂ ਪਹਿਲਾਂ ਨਿਸ਼ਾਨਦੇਹੀ ਕਰੋ ਕਿ ਇੱਥੇ ਫਲਾਣਾ ਪ੍ਰੋਜੈਕਟ ਲੱਗ ਰਿਹਾ। ਮੈਂ ਕਹਿੰਦਾ ਤੁਹਾਡੀ ਇਹ ਸੁਜੈਸ਼ਨ ਨੂੰ ਕਿਸੇ ਪਿੰਡ ਦੇ ਵਿੱਚ ਤੁਸੀਂ ਅੱਜ ਜਾਓ ਕਿ ਆਹ ਇੰਡਸਟਰੀ ਹੈ ਜੀ, ਆਹ ਇੰਡਸਟਰੀ ਤੁਹਾਡੇ ਕੋਲ ਆ ਰਹੀ ਹੈ, ਇਸ ਇੰਡਸਟਰੀ ਨੂੰ ਆਹ ਜ਼ਮੀਨ ਚਾਹੀਦੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਪੰਚਾਇਤ ਜਾਂ ਕੋਈ ਪਿੰਡ ਵਾਲਾ ਦੇਣ ਨੂੰ ਨਾ ਕਰੇਗਾ। ਪਰ ਜੇ ਤੁਸੀਂ ਕਹੋ ਕਿ ਸਾਨੂੰ ਜ਼ਮੀਨ ਦੇ ਦਿਓ, ਅਸੀਂ ਇੰਡਸਟਰੀ ਨਾਲ ਗੱਲ ਕਰਾਂਗੇ, ਕੋਈ ਇੰਡਸਟਰੀ ਲਾ ਦੇਗਾ, ਇਦਾਂ ਕੋਈ ਨਹੀਂ ਦਿੰਦਾ। ਹਰਪ੍ਰੀਤ ਜੀ, ਤੁਹਾਡਾ ਇਹ ਸੁਝਾਅ ਵੀ ਸਿਰ ਮੱਥੇ। ਦੇਖੋ ਰੇਰਾ ਨਹੀਂ ਹਰਪ੍ਰੀਤ ਜੀ, ਰੇਰਾ ਚ ਪ੍ਰੋਜੈਕਟ ਤਾਂ ਪਾਸ ਹੁੰਦਾ ਹੈ। ਇਹ ਹੈ ਚੀਮਾ ਸਾਹਿਬ ਨੇ ਠੀਕ ਕਿਹਾ ਹੈ, 2013 ਦਾ ਐਕਟ ਬਣਿਆ ਹੋਇਆ ਹੈ, ਉਹਦੇ ਵਿੱਚ ਸਰਵੇ ਹੋਣੀ ਹੈ, ਉਹਦੇ ਚ ਮਾਰਕੀਟ ਕੀਮਤ ਦੇਣੀ ਹੈ, ਉਹਦੇ ਤੇ ਜਿਹੜਾ ਉੱਥੇ ਦਰਖਤ ਲੱਗੇ ਨੇ, ਕੋਈ ਕਿਸੇ ਨੇ ਸਾਰਾ ਪਰ ਜਿਹੜੀ ਨਾ ਜਿਹੜੀ ਇਹ ਲੈਣੀ ਹੈ ਫਰਕ ਹੈ ਦੋਵਾਂ। ਹਾਂ, ਇਸ ਕਰਕੇ ਇਹਨੂੰ ਆਪਾਂ ਇਹ ਮੰਨੀਏ। ਜੇ ਸੁਖਦੇਵ ਸਿੰਘ ਜੀ ਮੰਨ ਰਹੇ ਤਾਂ ਮੰਨ ਲੈਣ ਵੀ ਹਾਂ ਇਹ ਉਹਦੇ ਨਾਲ ਉਲਟਾ ਹੈ, ਪਹਿਲੀ ਗੱਲ। ਦੂਜੀ ਗੱਲ ਮੈਂ ਕਹਿੰਦਾ ਜਿਹੜੀ ਸੈਂਟਰ ਦੀਆਂ ਸਕੀਮਾਂ ਦੀ ਗੱਲ ਕਰੀ ਗਈ ਹੈ, ਪੰਜਾਬ ਸੂਬਾ ਇਸੇ ਕਰਕੇ ਸਫਰ ਕਰਦਾ ਹੈ ਕਿ ਸੈਂਟਰ ਕੱਚੀ ਪੱਕੀ ਸਕੀਮ ਸਾਡੇ ਤੇ ਸੁੱਟ ਦਿੰਦੀ ਹੈ ਵੀ ਤੁਹਾਨੂੰ ਨਿਆਂ ਹੈਲਥ ਸਿਸਟਮ ਕਾਰਪੋਰੇਸ਼ਨ ਬਣਾਈ ਸੀ, ਸਾਡਾ ਪੱਠਾ ਬਠਵਾਤਾ। ਇਸ ਤੋਂ ਬਾਅਦ ਆ ਜਿਹੜਾ ਇਹਨਾਂ ਨੇ ਸਰਵ ਸਿੱਖਿਆ ਬਿਆਨ ਲਿਆਂਦਾ, ਕੱਚੇ ਮੁਲਾਜ਼ਮ ਲਗਵਾ ਦਿੰਦੀ ਹੈ, ਥੋੜੀ ਦੇਰ ਪੈਸੇ ਦਿੰਦੀ ਹੈ, ਉਦੋਂ ਮੁੜ ਕੇ ਉਹ ਬੱਚੇ ਨਾ ਇੱਧਰ ਜਾਣ ਦੇਗੇ ਨਾ ਇੱਧਰ ਜਾਣ ਦੇ ਜੋਗੇ, ਉਹ ਟੈਂਕੀਆਂ ਤੇ ਚੜ੍ਹਦੇ ਨੇ। ਸੋ ਸਰਕਾਰ ਨੂੰ, ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਵਾਸਤੇ ਸੋਚਣਾ ਪਏਗਾ ਵੀ ਸੈਂਟਰ ਦੀ ਕੋਈ ਕੱਚੀ ਪੱਕੀ ਸਕੀਮ ਅਸੀਂ ਲੈਣੀ ਹੈ ਕਿ ਨਹੀਂ ਲੈਣੀ। ਬਿਲਕੁਲ ਠੀਕ ਹੈ। ਮੈਂ ਇੱਥੇ DPP ਪ੍ਰੋਗਰਾਮ ਆਉਣ ਲੱਗਿਆ ਸੀ 1992 ਚ, ਤੇ ਮੈਂ ਅਪੋਜ਼ ਕਰਿਆ, ਸਰਕਾਰ ਨੇ ਮੰਨਿਆ ਵੀ ਠੀਕ ਆਪਾਂ ਨਹੀਂ ਲੈਂਦੇ। ਬਾਕੀ ਮੈਂ ਇਹਦੇ ਤੇ ਥੋੜੀ ਜਿਹੀ ਹੋਰ ਗੱਲ ਕਰਨੀ ਚਾਹੂੰਗਾ। ਨਹੀਂ, ਮੈਂ ਗੱਲ ਕਰਨੀ ਚਾਹੂੰਗਾ, ਅੱਗੇ ਜਿਹੜੀਆਂ ਸੈਂਟਰਲ ਸਕੀਮਾਂ ਸੀਗੀਆਂ ਉਹ 90-10 ਤੇ ਹੁੰਦੀਆਂ ਸੀ, ਹੁਣ ਇਹ 60-40 ਤੇ ਲੈ ਆਏ। ਮੈਕਸਿਮਮ ਸਕੀਮਾਂ 60% 40% ਤੇ ਚਲੇਗਾ ਕਿ 90% ਸੈਂਟਰ ਦਿੰਦਾ, 10% ਚੌਧਰ ਆਪ ਕਰਦੇ ਨੇ ਉਹ। ਹਾਂ, ਚੌਧਰ। ਫਿਰ ਉਹਨਾਂ ਵਾਲੀ ਗੱਲ ਠੀਕ, ਤੁਸੀਂ ਇੰਪਲੋਇਮੈਂਟ ਇੱਕ ਵਾਰੀ ਰੱਖਤੀ, ਫਿਰ ਉਹ ਗੱਲ ਠੀਕ ਆ, ਉਹ ਬੰਦਾ ਕਹਿੰਦਾ ਵੀ ਮੈਂ ਤਾਂ ਹੁਣ ਪੱਕਾ ਕਰੋ, ਸਕੀਮ ਸੈਂਟਰ ਬੰਦ। ਚਲੋ ਜਾਂਦੇ ਚੀਮਾ ਸਾਹਿਬ ਦਾ ਵੀ ਰਿਐਕਸ਼ਨ ਇਸ ਤੇ ਲੈ ਹੀ ਲੈਂਦੇ ਆ। ਹਾਂਜੀ ਚੀਮਾ ਸਾਹਿਬ, ਇੱਥੇ ਤੁਹਾਡਾ ਕੋਈ ਰਿਐਕਸ਼ਨ ਹੈਗਾ ਕਿ ਸੈਂਟਰਲ ਦੀਆਂ ਜਿਹੜੀਆਂ ਸਕੀਮਾਂ ਨੇ ਉਹ ਸਟੇਟ ਨੂੰ ਫਾਇਦਾ ਘੱਟ ਨੁਕਸਾਨ ਜ਼ਿਆਦਾ ਪਹੁੰਚਾਉਂਦੀਆਂ ਨੇ? ਨਹੀਂ, ਉਹ ਗੱਲ ਹੈ ਕਿ ਇਹ ਤੇ ਬੜੀ ਵੱਡੀ ਬਹਿਸ ਹੋ ਸਕਦੀ ਹੈ। ਬਹੁਤ ਸਾਰੀਆਂ ਸਕੀਮਾਂ ਇਹੋ ਜਿਹੀਆਂ ਹੈਗੀਆਂ ਜਿਹਦਾ ਸਟੇਟਾਂ ਨੂੰ ਨੁਕਸਾਨ ਜ਼ਿਆਦਾ ਹੁੰਦਾ, ਫਾਇਦਾ ਘੱਟ ਹੁੰਦਾ। ਇਸ ਕਰਕੇ ਇਹ ਤਾਂ ਬੜਾ ਵੱਡਾ ਖੇਤਰ ਹੈ।
ਪਰ ਮੈਂ ਨਾਲ ਦੀ ਨਾਲ ਹੀ ਜਿਹੜੀਆਂ ਕੁਝ ਹੋਰ ਚੀਜ਼ਾਂ ਜਿਹਦੇ ਵਿੱਚ ਪਿਛਲੇ ਸਾਲ ਦੇ ਨਾਲੋਂ ਹੁਣ ਦੇ ਵਿੱਚ ਕਮੀ ਆਈ ਹੈ। ਜੀ। ਇੱਕ ਤਾਂ ਕਣਕ ਦੀ ਔਰ ਸੀਰੀਅਲ ਦੀ ਜਿਹੜੀ ਪ੍ਰੋਡਕਸ਼ਨ ਹੈ, ਇਹ ਵੀ ਸਰਕਾਰ ਦੇ ਜਿਹੜੇ ਆਪਣੇ 2018 ਦੇ ਤੇ 19 ਦੇ ਅੰਕੜੇ ਆ, ਉਹਦੇ ਵਿੱਚ ਪ੍ਰੋਡਕਸ਼ਨ ਦੇ ਵਿੱਚ ਕਮੀ ਆਈ ਹੈ, ਜਿਹਦੇ ਬਾਰੇ ਪੰਜਾਬ ਨੂੰ ਸੋਚਣਾ ਪਏਗਾ। ਨੰਬਰ ਆਫ ਟੀਬੀ ਕੇਸਿਸ ਦੇ ਵਿੱਚ ਪੰਜਾਬ ਦੇ ਵਿੱਚ ਵਾਧਾ ਹੋਇਆ, ਇਹ ਵੀ ਸਰਕਾਰ ਨੂੰ ਸੋਚਣਾ ਪੈਣਾ। ਸੈਕਸ ਰੇਸ਼ੋ ਜਿਹੜੀ ਹੈ ਉਹ ਫਿਰ ਲੜਕੀਆਂ ਦੀ ਘਟਣੀ ਸ਼ੁਰੂ ਹੋਈ ਹੈ, ਪਹਿਲਾਂ ਨਾਲੋਂ ਪਿਛਲੇ ਨਾਲੋਂ ਘਟੀ ਹੈ। ਔਰ ਜਿਹੜਾ ਬੱਚਿਆਂ ਦੇ ਅਗੇਂਸਟ ਕ੍ਰਾਈਮ ਹੈ ਉਹ ਪੰਜਾਬ ਦੇ ਵਿੱਚ ਵਧਿਆ। ਇਸ ਕਰਕੇ ਇਹ ਵੀ ਸਾਰੀਆਂ ਚੀਜ਼ਾਂ ਹੈਗੀਆਂ ਜਿਹਦੇ ਤੇ ਗਵਰਨਮੈਂਟ ਨੂੰ ਬੜਾ ਧਿਆਨ ਦੇਣ ਦੀ ਲੋੜ ਹੈ ਕਿ ਇਹਨੂੰ ਇੰਪਰੂਵ ਕੀਤਾ ਜਾਵੇ। ਇਹ ਸਾਰੀਆਂ ਸਟੇਟ ਦੀ ਹੈਲਥ ਦੇ ਨਾਲ ਵੀ ਔਰ ਸਟੇਟ ਦੀ ਜਿਹੜੀ ਲਾਅ ਐਂਡ ਆਰਡਰ ਹੈ ਉਹਦੇ ਨਾਲ ਜੁੜੇ ਮਸਲੇ ਆ, ਇਹਦੇ ਤੇ ਵੀ ਸਟੇਟ ਨੂੰ ਫੋਕਸ ਕਰਨ ਦੀ ਬਹੁਤ ਵੱਡੀ ਲੋੜ ਹੈ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਜੁੜੇ ਰਹਿਣ ਦੇ ਲਈ। ਸੋ ਮੁੱਕਦੀ ਗੱਲ ਇਹ ਹੈ ਕਿ ਜਿਹੜੀਆਂ ਮੋਟੀਆਂ-ਮੋਟੀਆਂ ਗੱਲਾਂ ਨੇ ਉਹ ਸੋਚ ਵਿਚਾਰ ਕਰਨ ਵਾਲੀਆਂ ਨੇ, ਜਿਹਦੇ ਵਿੱਚ ਸੈਕਸ ਰੇਸ਼ੋ ਦੀ ਗੱਲ ਹੈਗੀ ਹੈ, ਜਿਹਦੇ ਵਿੱਚ ਅਸੀਂ ਵਾਰ-ਵਾਰ ਕਹਿੰਦੇ ਕਿ ਬਾਬੇ ਨਾਨਕ ਦੀ ਧਰਤੀ ਹੈ ਜਿੱਥੇ ਕੋਈ ਭੇਦਭਾਵ ਨਹੀਂ ਹੈਗਾ, ਉੱਥੇ ਇਦਾਂ ਲਿੰਗ ਅਨੁਪਾਤ ਦੇ ਵਿੱਚ ਵੱਡਾ ਫਰਕ ਆਣਾ ਉਹ ਵੀ ਇੱਕ ਚਿੰਤਾ ਦਾ ਵਿਸ਼ਾ। ਨਾਲ-ਨਾਲ ਭੁੱਖਮਰੀ ਤੇ ਉਸ ਤੋਂ ਬਾਅਦ ਗਰੀਬੀ, ਇਹ ਦੋ ਦਾਗ ਨੇ ਜਿਹੜੇ ਮੈਂ ਕਹਾਂਗਾ ਕਿ ਇਹ ਪੰਜਾਬ ਦੇ ਸਿਰ ਕਦੇ ਲੱਗਣੇ ਨਹੀਂ ਚਾਹੀਦੇ, ਕਿਉਂਕਿ ਜਦੋਂ ਅਸੀਂ ਇਹ ਦਾਅਵਾ ਕਰਦੇ ਹਾਂ ਕਿ ਅਸੀਂ ਪੂਰੇ ਮੁਲਕ ਦਾ ਢਿੱਡ ਭਰਦੇ ਹਾਂ ਤੇ ਪੂਰੇ ਮੁਲਕ ਦਾ ਢਿੱਡ ਭਰਨ ਵਾਲਾ ਆਪ ਭੁੱਖੇ ਢਿੱਡ ਸੋਵੇਂ, ਇਹ ਬਰਦਾਸ਼ਤ ਨਹੀਂ ਹੋ ਸਕਦਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।